This is a Red FM podcast. ਮਨੁੱਖ ਜਦੋਂ ਪੈਦਾ ਹੁੰਦਾ ਹੈ, ਜਦੋਂ ਤੂੰ ਪੈਦਾ ਹੁੰਦਾ ਉਹ ਸਫ਼ਰ ਕਰਨਾ ਸ਼ੁਰੂ ਕਰ ਦਿੰਦਾ। ਪਹਿਲਾਂ ਰਿੜਦਾ ਹੈ, ਫਿਰ ਉੱਠਦਾ ਹੈ, ਫਿਰ ਕਦਮ ਪੁੱਟਦਾ ਹੈ, ਫਿਰ ਪੈਰ ਦਰ ਪੈਰ ਤੁਰਿਆ ਰਹਿੰਦਾ। ਕਈ ਅਜਿਹੇ ਮਨੁੱਖ ਹੁੰਦੇ ਨੇ ਜਿਹੜੇ ਘਰ ਦੇ ਲਾਗੇ ਇਹ ਸਫ਼ਰ ਪੂਰਾ ਕਰ ਲੈਂਦੇ ਨੇ, ਅਤੇ ਕਈ ਐਸੇ ਹੁੰਦੇ ਨੇ ਜੋ ਬਹੁਤ ਦੂਰ ਆ ਜਾਂਦੇ ਨੇ, ਬਿੰਬਾਤਮਕ ਰੂਪ ਵਿੱਚ ਵੀ ਅਤੇ ਜੇ ਅਸੀਂ ਸਰੀਰਕ ਰੂਪ 'ਚ ਕਹੀਏ ਤਾਂ ਵੀ। ਇਮੀਗ੍ਰੇਸ਼ਨ ਜਾਂ ਪ੍ਰਵਾਸ ਐਸਾ ਸਫ਼ਰ ਹੈ ਜੋ ਘਰ ਤੋਂ ਕਈ ਹਜ਼ਾਰ ਮੀਲ ਪਾਰ ਲੈ ਜਾਂਦਾ। ਪ੍ਰਵਾਸ ਦੀ ਕਹਾਣੀ ਸਭ ਦੀ ਇੱਕੋ ਜਿਹੀ ਵੀ ਹੈ ਅਤੇ ਵੱਖੋ ਵੱਖਰੀ ਵੀ ਹੈ। ਕਿਤੇ ਸਫਲਤਾ ਹਾਸਲ ਹੁੰਦੀ ਹੈ, ਕਿਤੇ ਸਫਲਤਾ ਹਾਸਲ ਨਹੀਂ ਹੁੰਦੀ। ਕਿਤੇ ਸਫਲਤਾ ਮਾਇਕ ਰੂਪ ਦੇ ਵਿੱਚ ਅਤੇ ਕਿਤੇ ਸਫਲਤਾ ਬੌਧਿਕ ਰੂਪ ਦੇ ਵਿੱਚ ਮਨੁੱਖ ਨੂੰ ਮਿਲਦੀ ਹੈ। ਅੱਜ ਅਜਿਹੇ ਹੀ ਇੱਕ ਸ਼ਖਸ ਨਾਲ ਅਸੀਂ ਤੁਹਾਨੂੰ ਮਿਲਾਉਣਾ ਹੈ ਜਿਹੜੇ ਵਿਚਰਦੇ ਨੇ ਸਾਡੇ ਆਸ-ਪਾਸ, ਆਪਣੀ ਕਰਮ ਭੂਮੀ ਦੇ ਉੱਤੇ ਚੁੱਪ-ਚਾਪ ਆਪਣਾ ਕਰਮ ਨਿਭਾ ਰਹੇ ਨੇ, ਪਰ ਅਸਰ ਉਹਨਾਂ ਦਾ ਬੜਾ ਡੂੰਘਾ ਹੈ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਉੱਤੇ ਅਤੇ ਉਹਨਾਂ ਦੇ ਆਲੇ ਦੁਆਲੇ ਉੱਤੇ। ਮੁਲਾਕਾਤ ਅੱਜ ਅਸੀਂ ਕਰਨੀ ਹੈ ਸਰਦਾਰ ਸੁਖਜੀਤ ਸਿੰਘ ਆਹਲੂਵਾਲੀਆ ਹੋਰਾਂ ਦੇ ਨਾਲ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਮੈਂ ਔਨ ਏਅਰ ਕਰਾਂ, ਤੁਹਾਡੇ ਰੂਬਰੂ ਕਰਾਂ ਸਰਦਾਰ ਸੁਖਜੀਤ ਸਿੰਘ ਹੋਰਾਂ ਬਾਰੇ ਦੱਸਦਿਆਂ, ਗਾਹੇ ਬਗਾਹੇ ਸਾਡੇ ਸ਼ੋਜ਼ ਦੇ ਵਿੱਚ ਬਤੌਰ ਐਕਸਪਰਟ ਵੀ ਅਤੇ ਬਤੌਰ ਪਾਰਟੀਸਪੈਂਟ ਵੀ ਹਿੱਸਾ ਲੈਂਦੇ ਰਹਿੰਦੇ ਨੇ। ਸਰ ਸੁਖਜੀਤ ਸਿੰਘ ਸੈਂਟਰ ਫਾਰ ਐਜੂਕੇਸ਼ਨ ਐਂਡ ਟ੍ਰੇਨਿੰਗ ਦੇ ਵਿੱਚ ਕੋਆਰਡੀਨੇਟਰ ਨੇ। ਹੁਣ ਉਹਦਾ ਨਾਮ ਬਦਲ ਕੇ ਅਚੀਵ ਹੋ ਗਿਆ ਅਤੇ ਨਾਨ ਪ੍ਰੋਫਿਟ ਹੈ, ਕੇਂਦਰ ਸਰਕਾਰ ਵੱਲੋਂ, ਫੈਡਰਲ ਸਰਕਾਰ ਵੱਲੋਂ ਇਹ ਫੰਡਡ ਹੈ। ਅਤੇ ਸਾਡੇ ਨਾਲ ਨਾਤਾ ਇਹਨਾਂ ਦਾ ਕੁਝ ਅਜਿਹਾ ਹੈ ਕਿ ਸਾਡੇ ਸ਼ੋਜ਼ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਆਪਣੀਆਂ ਇਨਸਾਈਟਸ ਵੀ ਸ਼ੇਅਰ ਕਰਦੇ ਨੇ। ਇਹ ਜਿਹੜੀ ਜਥੇਬੰਦੀ ਜਿਸ ਦੇ ਨਾਲ ਇਹ ਜੁੜੇ ਹੋਏ ਨੇ, ਇਹ ਨਿਊ ਕਮਰਸ ਵਾਸਤੇ, ਨੌਜਵਾਨਾਂ ਵਾਸਤੇ ਕਈ ਕਿਸਮ ਦੇ ਪ੍ਰੋਗਰਾਮਸ ਚਲਾਉਂਦੀ ਹੈ। ਪਰ ਅੱਜ ਦਾ ਸ਼ੋਅ ਅਸੀਂ ਇਹਨਾਂ ਦੇ ਕੋਲੋਂ ਇਨਫੋਰਮੇਸ਼ਨ ਲੈਣ ਲਈ ਨਹੀਂ ਕਰਨਾ। ਅੱਜ ਅਸੀਂ ਇਹਨਾਂ ਦੀ ਨਿੱਜੀ ਕਹਾਣੀ ਸੁਣਨਾ ਚਾਹੁੰਦੇ ਹਾਂ। ਅੱਜ ਦਾ ਸ਼ੋਅ ਇਹਨਾਂ ਦੀ ਨਿੱਜੀ ਕਹਾਣੀ ਦੇ ਦੁਆਲੇ ਅਸੀਂ ਬਿਲਡ ਕੀਤਾ। ਸੋ ਆਪਾਂ ਸਵਾਗਤ ਕਰੀਏ ਸਰਦਾਰ ਸੁਖਜੀਤ ਸਿੰਘ ਹੋਰਾਂ ਦਾ ਅਤੇ ਉਹਨਾਂ ਦੀ ਕਹਾਣੀ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਸਰਦਾਰ ਸੁਖਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਅਤੇ ਜ਼ਿੰਦਗੀ ਅਨਲਿਮਟਿਡ ਨੂੰ ਸੁਣਨ ਵਾਲੇ ਸਾਰੇ ਸਰੋਤੇ, ਰੈਡ FM 88.9 ਨੂੰ ਸੁਣਨ ਵਾਲੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਗੁੱਡ ਮਾਰਨਿੰਗ ਜੀ। ਅਤੇ ਆਮ ਵੈਰੀ ਐਕਸਾਈਟਿਡ ਕਿ ਅੱਜ ਮੈਂ ਤੇ ਮੇਰੀ ਸਟੋਰੀ ਤੁਹਾਡੇ ਸ਼ੋਅ ਦੇ ਉੱਤੇ ਆਏ ਹਾਂ। ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਜੀ, ਬੜੀ ਤੁਹਾਡੀ ਦਿਲਚਸਪ ਕਹਾਣੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ੁਰੂ ਤੋਂ ਸ਼ੁਰੂ ਕਰੋ ਕਿ ਤੁਹਾਡਾ ਸਫ਼ਰ ਸ਼ੁਰੂ ਕਿੱਥੋਂ ਹੁੰਦਾ। ਔਰ ਇਹ ਬਹੁਤ ਵਧੀਆ ਮੌਕਾ ਮੇਰੇ ਲਈ ਹੈ। ਦਿਲਚਸਪ ਮੇਰੀ ਕਹਾਣੀ ਬਣ ਗਈ ਕਿਉਂਕਿ ਉਹ ਕਹਾਣੀ ਕਿਤੇ ਨਾ ਕਿਤੇ ਮੈਂ ਨੋਟ ਕਰਦਾ ਰਿਹਾ ਅਨਇੰਟੈਂਸ਼ਨਲੀ। ਮੇਰਾ ਜਨਮ ਹੋਇਆ ਜੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇੱਕ ਮਨਸੂਰਵਾਲ ਪਿੰਡ ਹੈ। ਜੇ ਜਲੰਧਰੋਂ ਕਪੂਰਥਲੇ ਨੂੰ ਜਾਈਏ ਤਾਂ ਪਹਿਲਾ ਪਿੰਡ ਵਡਾਲੇ ਫਾਟਕ ਤੋਂ ਬਾਅਦ ਧਾਰੀਵਾਲ, ਉਸ ਤੋਂ ਬਾਅਦ ਮਨਸੂਰਵਾਲ ਪੈਂਦਾ ਜੀ। ਉੱਥੇ ਦਾ ਮੇਰਾ ਜਨਮ ਹੈ ਅਤੇ ਉੱਥੇ ਹੀ ਮੈਂ ਜੰਮਿਆ, ਪਲਿਆ, ਵੱਡਾ ਹੋਇਆ। 8ਵੀਂ ਤੱਕ ਮੈਂ ਪੜ੍ਹਿਆ ਉੱਥੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ। ਔਰ ਉਸ ਸਕੂਲ ਦਾ ਜਿਹੜਾ ਇੰਪਰੈਸ਼ਨ ਹੈ ਮੇਰੀ ਜ਼ਿੰਦਗੀ 'ਚ ਹਜੇ ਤੱਕ ਹੈਗਾ। ਅਤੇ ਉਸ ਸਕੂਲ ਤੋਂ ਬਾਅਦ ਮੈਂ ਰੈਗੂਲਰ ਆਪਣਾ DAV ਕਾਲਜ ਜਲੰਧਰ ਤੋਂ 11ਵੀਂ ਅਤੇ 12ਵੀਂ ਕੀਤੀ ਹੈ ਜੀ। ਅਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਇੱਕ ਰਿਟਾਇਰਡ ਇੰਜੀਨੀਅਰ ਨੇ ਬਿਜਲੀ ਬੋਰਡ 'ਚ। ਉਦੋਂ ਹੁਣ ਤਾਂ ਉਹਦਾ ਨਾਮ ਚੇਂਜ ਹੋ ਗਿਆ, ਬਿਜਲੀ ਬੋਰਡ 'ਚ ਉਹ ਬਤੌਰ SDO ਰਿਟਾਇਰ ਹੋਏ ਨੇ। ਅਤੇ ਮੇਰੇ ਮਦਰ ਵੀ ਬਿਜਲੀ ਬੋਰਡ 'ਚ ਹੀ ਸੀਗੇ ਅਤੇ ਉਹ ਵੀ ਉਹਦੇ 'ਚੋਂ ਹੀ ਰਿਟਾਇਰ ਹੋਏ ਨੇ। ਦੋ ਮੇਰੀਆਂ ਭੈਣਾਂ ਨੇ ਜੀ, ਇੱਕ ਵੱਡੀ ਹੈ ਮੇਰੇ ਤੋਂ, ਇੱਕ ਛੋਟੀ ਹੈ। ਅਤੇ ਉਹ ਇੱਕ ਔਰ ਮੇਰੇ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਆਰਮੀ ਦੇ ਬੜੇ ਡੈਕੋਰੇਟਿਡ ਆਫਿਸਰ ਨੇ। ਅਤੇ ਜਦੋਂ ਵੱਡੇ ਹੁੰਦੇ ਬਸ ਇਹੀ ਦੋ ਚੀਜ਼ਾਂ ਸੀ ਵੀ ਜਾਂ ਤਾਂ ਫੌਜ 'ਚ ਜਾਵਾਂਗੇ ਅਤੇ ਜਾਂ ਇੰਜੀਨੀਅਰ ਬਣਾਂਗੇ। ਇਹ ਨਹੀਂ ਸੀ ਪਤਾ ਵੀ ਜ਼ਿੰਦਗੀ ਤੁਹਾਨੂੰ ਕਿੱਧਰ ਨੂੰ ਲੈ ਕੇ ਜਾਂਦੀ ਹੈ। ਅਤੇ ਉਹੀ ਚੀਜ਼ ਹੋਈ ਵੀ ਮੈਂ ਆਪਣੀ 11ਵੀਂ 12ਵੀਂ ਕਰ ਲਈ। ਸਾਲ ਇੱਧਰ ਉੱਧਰ ਧੱਕੇ ਧੁੱਕੇ ਖਾ ਕੇ ਜਦੋਂ ਘਰਦਿਆਂ ਨੇ ਕੰਨ ਫੜ ਕੇ ਕਿਹਾ ਭਾਈ ਵੀ ਕੁਛ ਕਰਨਾ ਪੈਣਾ, ਇੱਦਾਂ ਰੋਜ਼ੀ ਰੋਟੀ ਨਹੀਂ ਚੱਲਣੀ, ਕੁਛ ਪੜ੍ਹਨਾ ਪੈਣਾ। ਅਤੇ ਮੈਨੂੰ ਸਲਾਈਟ ਦੇ ਵਿੱਚ ਦਾਖਲਾ ਮਿਲ ਗਿਆ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ। 94 ਬੈਚ ਦੇ ਵਿੱਚ ਮੈਂ ਉੱਥੇ ਡਿਪਲੋਮੇ ਦੇ ਵਿੱਚ ਕੰਪਿਊਟਰ ਐਪਲੀਕੇਸ਼ਨ ਪ੍ਰੋਗਰਾਮਿੰਗ, ਉਹਨੂੰ DCP ਕਿਹਾ ਜਾਂਦਾ ਸੀ ਉਦੋਂ, ਡਿਪਲੋਮਾ ਇਨ ਕੰਪਿਊਟਰ ਪ੍ਰੋਗਰਾਮਿੰਗ ਐਂਡ ਐਪਲੀਕੇਸ਼ਨ ਦੇ ਵਿੱਚ ਮੈਂ ਉਹਦੇ ਵਿੱਚ ਦਾਖਲਾ ਲੈ ਲਿਆ। ਉੱਥੋਂ ਮੇਰੀ ਥੋੜ੍ਹੀ ਜ਼ਿੰਦਗੀ ਇੱਕ ਤਾਂ ਫਰੀ ਹੋਈ, ਇੱਦਾਂ ਵੀ ਕੁਛ ਦੁਨੀਆਦਾਰੀ ਦਾ ਪਤਾ ਲੱਗਣਾ ਸ਼ੁਰੂ ਹੋਇਆ। ਤੁਸੀਂ ਮਾਂ ਦੇ ਬੁੱਕਲ 'ਚੋਂ ਨਿਕਲ ਕੇ ਜਾਂਦੇ ਹੋ, ਹੋਸਟਲ 'ਚ ਰਹਿੰਦੇ ਹੋ। ਅਤੇ ਸ਼ੁਰੂ ਦਾ ਟਾਈਮ ਮੇਰੇ ਲਈ ਬੜਾ ਅਪਸਾਈਡ ਡਾਊਨ ਜਿਹਾ ਸੀ, ਬਟ ਫਿਰ ਮੈਂ ਉੱਥੇ ਐਡਜਸਟ ਹੋਇਆ।
ਪੜ੍ਹਾਈ 'ਚ ਮੈਂ ਕੋਈ 3 ਸਟਾਰ ਤਾਂ ਰਿਹਾ ਹੀ ਨਹੀਂ, ਤੇ ਉਹ ਵੱਖਰੀ ਇੱਕ ਮੇਰੀ ਕਹਾਣੀ ਹੈ। ਪਰ ਉਹ ਡਿਪਲੋਮਾ ਖਤਮ ਕਰਕੇ ਤੇ ਮੈਂ ਜਲਦੀ ਹੀ ਨੌਕਰੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਟਾਫਟ ਕੁਛ ਕਰਾਂ, ਤੇ ਕੁਛ ਕਰਨਾ ਕਰਕੇ ਮੈਂ ਨੌਕਰੀ ਸਟਾਰਟ ਕੀਤੀ। ਔਰ ਮੇਰੀ ਪਹਿਲੀ ਨੌਕਰੀ ਬਹੁਤੇ ਸਰੋਤੇ ਜਿਹੜੇ ਦੁਆਬੇ ਇਲਾਕੇ ਤੋਂ ਨੇ, ਵੈਸੇ ਜਿਹੜੀ ਕੰਪਨੀ 'ਚ ਮੈਨੂੰ ਨੌਕਰੀ ਮਿਲੀ ਉਹ ਪੂਰੇ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਉਹਦਾ ਨਾਮ ਹੈ SSK ਇਲੈਕਟ੍ਰੀਕਲ, ਜਿਹੜੀ ਆਪਣੇ ਸਵਿਚ ਬਣਾਉਂਦੀ ਹੈ ਨਾ ਕੰਪਨੀ, ਉਸ ਕੰਪਨੀ ਦੇ ਵਿੱਚ ਮੈਨੂੰ ਮੇਰੀ ਪਹਿਲੀ ਜੌਬ ਬਤੌਰ ਸਿਸਟਮ ਐਨਾਲਿਸਟ ਮਿਲੀ। ਉਦੋਂ ਕੰਪਿਊਟਰ ਦਾ ਬਹੁਤ ਜ਼ੋਰ ਸੀਗਾ, ਮਤਲਬ ਅਰਾਊਂਡ 96-97 ਦੀ ਮੈਂ ਗੱਲ ਕਰ ਰਿਹਾ, ਤੇ ਉਹ ਜੌਬ ਮੈਨੂੰ ਮਿਲੀ। ਉਹ ਮੇਰੇ ਲਈ ਇੱਕ ਦੂਸਰਾ ਜ਼ਿੰਦਗੀ ਦਾ ਬਹੁਤ ਵੱਡਾ ਲੈਸਨ ਸੀਗਾ, ਕਿਉਂਕਿ ਪਹਿਲੀ ਨੌਕਰੀ ਸੀ ਔਰ ਮੈਨੂੰ ਇਹ ਸੀ ਮੈਂ ਹਰ ਇੱਕ ਦਿਨ ਹਰ ਘੰਟੇ ਆਪਣੇ ਆਪ ਨੂੰ ਚੰਗਾ ਪ੍ਰੂਵ ਕਰਾਂ ਵੀ ਮੇਰੀ ਇਹ ਕੁਆਲੀਫਿਕੇਸ਼ਨ, ਇੱਕ ਡਿਗਰੀ ਇੱਕ ਚੀਜ਼ ਹੈ, ਪਰ ਮੈਂ ਕਰ ਕੀ ਸਕਦਾ ਉਹ ਮੇਰੀ ਦੂਜੀ ਚੀਜ਼ ਹੈ। ਉਸ ਤੋਂ ਬਾਅਦ ਕਿਉਂਕਿ ਜ਼ੋਰ ਬੜਾ ਕੰਪਿਊਟਰ ਦਾ ਸੀ ਤੇ ਮੇਰੇ ਸਾਥੀ ਡਿਗਰੀ ਦੇ ਵਿੱਚ ਇਨਵੋਲਵ ਹੋ ਗਏ ਸੀਗੇ, ਪੜ੍ਹਨ ਲੱਗ ਪਏ, ਤੇ ਮੈਂ ਇੱਕ ਵਾਹਦ ਇਨਸਾਨ ਸੀ ਜਿਹੜਾ ਡਿਪਲੋਮੇ ਚੋਂ ਨਿਕਲ ਕੇ, ਅਸੀਂ 1-2 ਜਣੇ ਸੀਗੇ ਜਿਹੜੇ ਡਿਪਲੋਮੇ ਚੋਂ ਨਿਕਲ ਕੇ ਤੇ ਆਪਣੀ ਨੌਕਰੀਆਂ ਸ਼ੁਰੂ ਕਰ ਲਈਆਂ। ਤੇ ਜਦੋਂ ਮੈਂ ਉਹਨਾਂ ਨੂੰ ਮਿਲਦਾ ਗਿਲਦਾ ਤੇ ਉਹ ਇੱਕ ਮਨ 'ਚ ਇਹ ਜ਼ਰੂਰ ਆਉਂਦਾ ਸੀ ਯਾਰ ਇਹ ਤਾਂ ਸਭ ਅੱਗੇ ਪੜ੍ਹ ਰਹੇ ਨੇ ਤੇ ਮੈਂ ਤਾਂ ਨੌਕਰੀ ਤੇ ਲੱਗ ਗਿਆ। ਤੇ ਉਹ ਆਪਣੇ ਸੈਟਿਸਫੈਕਸ਼ਨ ਲਈ ਮੈਂ ਕੁਛ ਕੰਪਿਊਟਰ ਨਾਲ ਰਿਲੇਟਿਡ ਸਰਟੀਫਿਕੇਸ਼ਨ ਕੀਤੀ, ਮਾਈਕਰੋਸਾਫਟ ਤੋਂ ਇੱਕ ਸਰਟੀਫਿਕੇਸ਼ਨ ਲਿੱਤੀ ਆ, ਮੈਂ ਇੱਕ ਮਾਈਕਰੋਸਾਫਟ ਸਰਟੀਫਾਈਡ ਪ੍ਰੋਫੈਸ਼ਨਲ ਬਣਿਆ, ਤੇ ਔਰੈਕਲ ਦੀ ਵੀ ਇੱਕ ਸਰਟੀਫਿਕੇਸ਼ਨ ਕੀਤੀ। ਸਰਟੀਫਿਕੇਸ਼ਨ ਤੋਂ ਬਾਅਦ ਮੈਨੂੰ ਮੌਕਾ ਮਿਲਿਆ, ਜੇ ਸਰੋਤੇ ਜਾਣਦੇ ਹੋਣਗੇ, NIIT ਬੜਾ ਇੱਕ ਵੱਡਾ ਬ੍ਰਾਂਡ ਹੁੰਦਾ ਸੀ, ਇਸ ਵੇਲੇ ਵੀ ਹੈ, ਪਰ ਉਹਨਾਂ ਦੇ ਸੈਂਟਰਸ ਬਹੁਤ ਚੱਲਦੇ ਸੀ ਉਦੋਂ। ਤੇ ਮੈਨੂੰ ਦਿੱਲੀ ਆਫਿਸ ਨੇ ਇੰਟਰਵਿਊ ਲਿੱਤੀ ਤੇ ਮੈਨੂੰ ਮੇਰੇ ਸ਼ਹਿਰ 'ਚ ਇੱਕ ਸੈਂਟਰ ਖੁੱਲ੍ਹਿਆ ਤੇ ਉਹ ਉੱਥੇ ਪੜ੍ਹਾਉਣ ਦਾ ਮੈਨੂੰ ਮੇਰੀ ਦੂਸਰੀ ਜੌਬ ਉੱਥੇ ਹੋਈ। ਪਰ ਮੇਰੇ ਦਿਲ 'ਚ ਇੱਕ ਖਿੱਚ ਹਮੇਸ਼ਾ ਇਹ ਹੁੰਦੀ ਸੀ ਵੀ, ਔਰ ਇਹ ਖਿੱਚ ਹਰ ਪੰਜਾਬੀ 'ਚ ਹੈ, ਔਰ ਮੈਂ ਆਪਣੀ ਆਉਣ ਵਾਲੇ ਟਾਈਮ ਜ਼ਿਕਰ ਵੀ ਕਰਾਂਗਾ, ਮੈਂ ਆਪਣੀ ਬੁੱਕ 'ਚ ਵੀ ਇਹ ਲਿਖਿਆ ਕਿ ਜਦੋਂ ਤੁਸੀਂ ਜੰਮ ਕੇ ਵੱਡੇ ਹੁੰਦੇ ਹੋ, ਵੱਡੇ ਹੋ ਰਹੇ ਹੋ, ਤੁਹਾਡੇ ਪਿੰਡਾਂ ਦੇ ਵਿੱਚ, ਤੁਹਾਡੇ ਸ਼ਹਿਰਾਂ ਦੇ ਵਿੱਚ ਨਾ, ਜਦੋਂ NRIs ਆਉਂਦੇ ਨੇ ਬਹੁਤ ਤੁਹਾਨੂੰ ਵਧੀਆ ਲੱਗਦਾ ਵੀ ਉਹ ਵੱਖਰੇ ਇਨਸਾਨ ਨੇ, ਵੱਖਰੇ ਕੱਪੜੇ ਪਾਏ, ਚਮਕ ਦਮਕ, ਤੇ ਉਹ ਚਮਕ ਦਮਕ ਮੈਨੂੰ ਹਮੇਸ਼ਾ ਕਹਿੰਦੀ ਸੀ ਵੀ ਤੂੰ ਵੀ ਕਿਤੇ ਬਾਹਰ ਜਾ। ਤੇ ਸਪੈਸ਼ਲੀ ਜੇ ਕੋਈ ਘਰੇ ਆ ਜਾਣਾ, ਸਾਡਾ ਦੋਸਤ ਮਿੱਤਰ, ਮੇਰੇ ਫਾਦਰ ਸਾਹਿਬ ਦਾ, ਸਾਡੇ ਪਰਿਵਾਰ 'ਚੋਂ ਕਿਸੇ ਨੇ ਆ ਜਾਣਾ, ਤੇ ਉਹ ਹੋਰ ਚਾਅ ਚੜ੍ਹ ਜਾਂਦਾ ਸੀ ਵੀ ਭਾਈ ਵੀ ਇਹ ਬੋਲਦੇ ਵੀ ਵੱਖਰੇ ਨੇ, ਉਹ ਪਤਾ ਨਹੀਂ ਕਿਹੜੇ ਦੇਸ਼ ਦੀਆਂ ਗੱਲਾਂ ਕਰਦੇ ਨੇ ਵੀ ਜਿੱਥੇ ਸਭ ਕੁਛ ਹੀ ਸੋਹਣਾ ਹੈ, ਸੜਕਾਂ ਤੇ ਦਰਖਤ ਤੇ ਪਤਾ ਨਹੀਂ ਕੀ ਕੁਛ ਹੋਰ ਸੋਹਣਾ। ਤੇ ਉਹ ਮਨ 'ਚ ਇੱਕ ਉਹ ਭਾਵਨਾ ਜੀ ਸੀ ਵੀ ਜਾਵਾਂ, ਕਿਤੇ ਜਾਵਾਂ। ਤੇ ਉਸ ਭਾਵਨਾ ਦੇ ਵਿੱਚ ਨਾ ਉਸ ਵੇਲੇ ਮੈਂ 98 ਦੇ ਵਿੱਚ ਕੈਨੇਡਾ ਲਈ ਐਜ਼ ਅ ਸਟੂਡੈਂਟ ਅਪਲਾਈ ਕੀਤਾ। ਇੱਥੇ ਨਾਰਦਰਨ ਓਨਟਾਰੀਓ ਦੇ ਵਿੱਚ ਇੱਕ ਕਾਲਜ ਹੈ, ਹੁਣ ਤਾਂ ਮੈਂ ਇਸ ਚੀਜ਼ ਨੂੰ ਵੀ ਕਹਿਣ ਤੋਂ ਝੱਕਦਾ, ਜਾਰਜੀਅਨ ਕਾਲਜ ਸੀਗਾ ਬੈਰੀ ਦੇ ਵਿੱਚ। ਤੇ ਉਹ ਵੀ ਮੇਰੇ ਫਾਦਰ ਸਾਹਿਬ ਦੇ ਕਲੀਗ ਸੀਗੇ, ਉਹ ਨਾਲ ਸਾਈਡ ਤੇ ਕੰਮ ਕਰਦੇ ਸੀ, ਉਹਨਾਂ ਨੇ ਪੇਪਰ ਪੂਪਰ ਤਿਆਰ ਕੀਤੇ। ਔਰ ਉਹਨਾਂ ਵੇਲਿਆਂ ਦੇ ਵਿੱਚ ਨਾ ਜੀ, ਜਿੱਦਾਂ ਅੱਜ ਕੱਲ੍ਹ ਦਾ ਸਿਸਟਮ ਚੇਂਜ ਹੋ ਗਿਆ, ਉਹਨਾਂ ਵੇਲਿਆਂ ਦੇ ਵਿੱਚ ਤੁਹਾਨੂੰ ਇੱਕ ਚਿੱਠੀ ਆਉਂਦੀ ਸੀ ਵੀ ਤੁਸੀਂ ਇੰਟਰਵਿਊ ਲਈ ਆ ਜਾਓ, ਆਹ ਦਿਨ ਦੇ ਦਿੰਦੇ ਸੀ ਵੀ ਇਸ ਕਿਸੇ ਦਿਨ ਵੀ ਆ ਜਾਓ, ਕੋਈ ਟਾਈਮ ਨਹੀਂ ਸੀ ਲਿਖਿਆ। ਤੇ ਉਦੋਂ ਜੀ ਆਲੇ ਦੁਆਲੇ ਪੁੱਛਿਆ, ਉਹਨਾਂ ਨੇ ਦੱਸਿਆ ਵੀ ਭਾਈ ਸਵੇਰੇ ਜਾ ਕੇ ਰਾਤ ਨੂੰ 12 ਵਜੇ 1 ਵਜੇ ਲਾਈਨ 'ਚ ਖੜ ਜੀ, ਤਾਂ ਤੇਰੇ ਸਵੇਰੇ ਵਾਰੀ ਉਹਨਾਂ ਦਿਨਾਂ 'ਚ ਐਵੇਂ ਹੁੰਦਾ ਸੀ। ਹਾਂਜੀ। ਤੇ ਜਦੋਂ ਮੈਂ ਗਿਆ ਉੱਥੇ ਅੰਬੈਸੀ ਦੇ ਮੂਹਰੇ, ਦੇਖਿਆ ਉੱਥੇ ਮੇਲਾ ਲੱਗਿਆ ਹੋਇਆ ਰਾਤ ਨੂੰ, ਮਤਲਬ ਦਿੱਲੀ ਸ਼ਾਮ ਨੂੰ ਪਹੁੰਚ ਗਿਆ, ਆਪਣੇ ਰਿਸ਼ਤੇਦਾਰਾਂ ਕੋਲ ਰੁਕਿਆ, ਸਵੇਰੇ ਟੈਕਸੀ ਕਰਕੇ ਅੰਬੈਸੀ, ਉੱਥੇ ਮੇਲਾ ਦੇਖ ਕੇ ਮੈਂ ਕਿਹਾ ਭਾਈ ਇੱਥੇ ਤਾਂ ਵਾਰੀ ਨਹੀਂ ਆਉਣੀ। 1 ਵਜੇ ਦੇ ਲਾਈਨ 'ਚ ਲੱਗੇ, 8:30-9 ਵਜੇ ਇੱਕ ਟਿਕਟ ਜੀ ਦੇਤੀ, ਤੁਹਾਡੀ ਵਾਰੀ, ਤੁਸੀਂ ਅੱਜ ਦੇ ਪੂਲ 'ਚੋਂ ਜੀ, ਤੇ ਵੇਟ ਕਰੋ, ਤੁਹਾਡੀ ਕਾਲ ਆਏਗੀ, ਤੁਹਾਨੂੰ ਇੰਟਰਵਿਊ ਲਈ ਬੁਲਾ ਲਿਆ ਜਾਏਗਾ। ਮੈਂ ਕਿਹਾ ਜ਼ਿੰਦਗੀ 'ਚ ਪਹਿਲੀ ਵਾਰੀ ਪੜ੍ਹਾਉਣ ਤੋਂ ਸਿਵਾ, ਪੜ੍ਹਾਉਣ ਨੂੰ ਤਾਂ ਚਲੋ ਇੱਕ ਚੀਜ਼ ਆ, ਤੁਸੀਂ ਅੰਗਰੇਜ਼ੀ ਬੋਲਦੇ ਹੋ, ਪਰ ਪਹਿਲੀ ਵਾਰੀ ਮੈਂ ਇੰਗਲਿਸ਼ 'ਚ ਇੰਟਰਵਿਊ ਦਿੱਤੀ ਉਦੋਂ 1998 ਦੇ ਵਿੱਚ। ਮੈਨੂੰ ਪੁੱਛਿਆ ਗਿਆ ਇਹ ਉਹ ਕਰਕੇ, ਤੇ ਐਕਸਾਈਟਮੈਂਟ ਤਾਂ ਸੀ ਵੀ, ਮੈਨੂੰ ਤਾਂ ਏਦਾਂ ਹੀ ਸੀ ਵੀ ਮੈਂ ਬਸ ਕੱਲ੍ਹ ਨੂੰ ਕੈਨੇਡਾ ਚਲੇ ਜਾ। ਤੇ ਅੱਛਾ, ਇੰਟਰਵਿਊ ਹੋ ਗਈ ਦੁਪਹਿਰ ਵੇਲੇ, ਮੈਨੂੰ ਕਹਿੰਦੇ ਜੀ ਸ਼ਾਮ ਤੱਕ ਤੁਹਾਨੂੰ ਵੇਟ ਕਰਨੀ ਪੈਗੀ, ਅਸੀਂ ਤੁਹਾਨੂੰ ਜਵਾਬ ਦੇ ਦਿਆਂਗੇ। ਉਹ ਜਿਹੜਾ ਕੌਂਸੂਲੇਟ ਦਾ ਏਰੀਆ ਨਾ ਜੀ, ਸ਼ਾਮ ਦੇ 3:30-4 ਵਜੇ ਖਾਲੀ ਬਿਲਕੁਲ ਹੋ ਚੁੱਕਾ ਸੀ, ਅਸੀਂ 3 ਜਣੇ ਸੀਗੇ। ਉਹ ਬੰਦਾ ਅੰਦਰੋਂ ਆਇਆ, ਉਹਨੇ ਇੱਕ ਨੂੰ ਚਿੱਠੀ ਦਿੱਤੀ, ਉਹ ਭੰਗੜਾ ਪਾਉਂਦਾ ਬਾਹਰ ਨੂੰ ਗਿਆ, ਦੂਜੇ ਨੂੰ ਚਿੱਠੀ ਦਿੱਤੀ, ਉਹ ਵੀ ਚੁੱਪ ਕਰਕੇ ਨਿਕਲ ਜਿਹਾ ਗਿਆ। ਤੇ ਮੈਨੂੰ ਕਹਿੰਦਾ ਵੀ ਸੌਰੀ। ਮੈਨੂੰ ਬੜਾ ਇਹ ਹੋਇਆ, ਮੈਂ ਕਿਹਾ ਸੌਰੀ ਮਤਲਬ, ਉਹਨੇ ਮੈਨੂੰ ਚਿੱਠੀ ਦੇ ਦਿੱਤੀ ਤੇ ਕਹਿਤਾ ਸੌਰੀ। ਮੈਂ ਹੁਣ ਇਹ ਸੋਚਾਂ ਵੀ ਸੌਰੀ ਕੀ ਹੈ, ਮੈਂ ਕਿਹਾ ਵੀ ਵੱਡੀ ਮੀਨ, ਤੁਹਾਡਾ ਮਤਲਬ ਕੀ ਸੌਰੀ ਤੋਂ? ਕਹਿੰਦੇ ਵੀ ਤੇਰਾ ਵੀਜ਼ਾ ਨਹੀਂ ਹੋਇਆ, ਮਤਲਬ ਆਹ ਪੜ੍ਹ ਲੈ ਚਿੱਠੀ। ਮੈਨੂੰ ਨਾ ਉਦੋਂ ਮੇਰੀ ਉਮਰ ਮੈਂ 22 ਸਾਲਾਂ ਦਾ ਹੋਊਗਾ, ਮੈਨੂੰ ਬੜਾ ਤਾਂ ਚੜਿਆ, ਇੱਕ ਟਿਪਕਲ ਆਪਣੇ ਸਟਾਈਲ ਦੇ ਵਿੱਚ ਮੈਂ ਚਿੱਠੀ ਨੂੰ ਗੋਲ ਜੀ ਕਰਕੇ ਥੱਲੇ ਸਿੱਟਤੀ। ਤੇ ਮੈਂ ਮਤਲਬ ਆਈ ਹੈਵ ਟੂ ਟੈਲ ਯੂ ਦੈਟ ਮੇਰਾ ਗੁੱਸਾ ਬਹੁਤ ਜ਼ਿਆਦਾ ਸੀ ਉਦੋਂ। ਤੇ ਉਹ ਮੈਨੂੰ ਭੱਦਰ ਪੁੱਛ ਨੇ ਕਿਹਾ, ਨਹੀਂ ਭਾਈ ਸਾਹਿਬ, ਇਹ ਚਿੱਠੀ ਤੁਹਾਨੂੰ ਲਿਜਾਣੀ ਪੈਣੀ ਹੈ, ਇਹ ਤੁਹਾਡੇ ਰਿਕਾਰਡ ਲਈ ਹੈ। ਅਸੀਂ ਆ ਗਏ ਬਾਹਰ, ਤੇ ਮੈਂ ਨਾ ਅੰਬੈਸੀ ਚੋਂ ਨਿਕਲਦੇ ਬਾਹਰ ਇੱਕ ਸਹੁੰ ਖਾਧੀ, ਮੈਂ ਕਿਹਾ ਵੀ ਮੈਂ ਚੰਦ ਤੇ ਚਲੇ ਜਾਊਂ, ਮੈਂ ਮਤਲਬ ਮੈਂ ਕਿਤੇ ਵੀ ਚਲੇ ਜਾਊਂ, ਮੈਂ ਤੁਹਾਡੇ ਦੇਸ਼ ਨਹੀਂ ਵੜਦਾ ਕਦੀ।
1998 ਦੀ ਗੱਲ ਹੈ ਜੀ। ਤੇ ਉਹ ਜਦੋਂ ਆ ਗਈ ਤੇ ਉਹ ਇੱਛਾ ਤਾਂ ਹਜੇ ਵੀ ਸੀ ਵੀ ਭਾਈ ਵੀ ਜਾਣਾ ਨਾਲ ਨੌਕਰੀ ਚੱਲ ਰਹੀ ਸੀ, ਨਾਲ ਮੈਂ ਨਾ ਜੌਬਸ ਲਈ ਅਪਲਾਈ ਕਰਦਾ ਰਹਿੰਦਾ ਤੇ ਉਸ ਦੇ ਵਿੱਚ ਹੀ ਨਾ ਔਰ ਘਰਦਿਆਂ ਨੂੰ ਮੈਂ ਬਹੁਤ ਪਰੇਸ਼ਾਨ ਕਰਦਾ ਸੀ, ਮੈਨੂੰ ਭੇਜੋ, ਮੈਂ ਤੁਹਾਡਾ ਇਕੱਲਾ ਮੁੰਡਾ, ਤੁਸੀਂ ਮੇਰੇ ਲਈ ਕੁਝ ਨਹੀਂ ਕਰਦੇ। ਮਤਲਬ ਇੱਕ ਯੰਗ ਜਿਹਾ ਬੱਚਾ ਹੁੰਦਾ ਤੁਹਾਨੂੰ ਤੇ ਤੁਸੀਂ ਹਰ ਚੀਜ਼ ਨੂੰ ਇਹ ਸੋਚਦੇ ਹੋ ਆਲਾ ਦੁਆਲਾ ਦੇਖ ਕੇ ਵੀ ਤੁਹਾਡੇ ਪਰਿਵਾਰ ਵਾਲਾ ਤੁਹਾਡੇ ਕੁਝ ਨਹੀਂ ਕਰ ਰਿਹਾ, ਪਰ ਤੁਹਾਡੀ ਸਮਝ 'ਚ ਉਹ ਚੀਜ਼ ਉਦੋਂ ਨਹੀਂ ਹੁੰਦੀ। ਬਟ ਐਨੀਵੇ, ਤੇ ਇੱਕ ਜੌਬ ਜਿਹੜੀ ਸੀਗੀ ਮੈਂ ਅਪਲਾਈ ਕੀਤੀ ਅਖਬਾਰ ਦੇ ਥਰੂ। ਜੌਬ ਤਾਂ ਬਹੁਤ ਅਪਲਾਈ ਕਰਦਾ ਸੀ, ਪਰ ਇੱਕ ਦਿਨ ਉਹੋ ਜਿਹਾ ਆਇਆ ਮੈਨੂੰ 2 ਇੰਟਰਵਿਊਆਂ ਇਕੱਠੀਆਂ ਇੱਕ ਦਿਨ ਲਈ ਦਿੱਲੀ ਦੇ ਵਿੱਚ ਆ ਗਈਆਂ। ਤੇ ਉਦੋਂ ਬੜਾ ਫਰੀਕੁਐਂਟਲੀ ਮੈਂ ਜਾਂਦਾ ਸੀ ਦਿੱਲੀ, ਇਹ ਜੌਬ ਦੇ ਸਿਲਸਿਲੇ ਦੇ ਵਿੱਚ ਹੀ ਜਾਂ ਕੁਛ ਟ੍ਰੇਨਿੰਗ ਦੇ ਸਿਲਸਿਲੇ 'ਚ। ਆਪਾਂ ਟ੍ਰੇਨ ਫੜੀ, ਸ਼ਾਮੀ ਪਹੁੰਚੇ, ਰਾਤੀ ਉੱਥੇ ਰੇਲਵੇ ਸਟੇਸ਼ਨ ਦਿੱਲੀ ਦੇ ਲਾਗੇ ਬੜੇ ਹੋਟਲ ਹੁੰਦੇ ਸੀ, ਹੁਣ ਤਾਂ ਪਤਾ ਨਹੀਂ ਮੈਨੂੰ, ਉੱਥੇ ਕਿਤੇ ਰਾਤ ਕੱਟੀ ਤੇ ਸਵੇਰੇ ਐਨ ਸੱਜ ਧੱਜ ਕੇ ਅਸੀਂ ਪਹਿਲੀ ਇੰਟਰਵਿਊ ਤੇ ਪਹੁੰਚ ਗਏ। ਉਹ ਪਹਿਲੀ ਇੰਟਰਵਿਊ ਸੀ ਮੇਰੀ ਇੱਕ ਜਿਹੜਾ ਕਾਲਜ ਉਹ ਹੈਗਾ ਓਮਾਨ ਦੇ ਵਿੱਚ। ਦੇਸ਼ ਦਾ ਨਾਮ ਹੈ ਬੜਾ ਸੋਹਣਾ, ਸਲਤਨਤ ਆਫ ਓਮਾਨ, ਦੁਬਈ ਦੇ ਥੱਲੇ, ਬੜਾ ਸੋਹਣਾ, ਬੜਾ ਪੀਸਫੁਲ ਜਿਹਾ ਦੇਸ਼ ਹੈ। ਤੇ ਸਰੋਤਿਆਂ ਨੂੰ ਪਤਾ ਹੋਣਾ ਕਿ ਜਦੋਂ ਆਪਾਂ ਪੰਜਾਬ 'ਚ ਅਖਬਾਰ ਪੜ੍ਹਦੇ ਹਾਂ ਉੱਥੇ ਲਿਖਿਆ ਨਾ ਮਸਕਟ ਚੱਲੋ, ਇਹ ਮਸਕਟ ਓਮਾਨ ਦੀ ਰਾਜਧਾਨੀ ਆ। ਤੇ ਮੇਰੇ ਘਰ ਦੇ ਜਦੋਂ ਮੈਂ ਦੱਸਿਆ ਨਾ ਵੀ ਮੈਂ ਇਸ ਕਾਲਜ ਦੀ ਇੰਟਰਵਿਊ ਲਈ ਜਾ ਰਿਹਾ, ਤੇ ਉਹਨਾਂ ਨੂੰ ਸ਼ੱਕ ਜਿਹਾ ਹੋਇਆ ਵੀ ਭਾਈ ਉੱਥੇ ਤਾਂ ਸਾਰਾ ਲੇਬਰ ਕਲਾਸ ਜ਼ਿਆਦਾ ਜਾਂਦੀ ਹੈ, ਵੀ ਇਹ ਕਾਹਦੀ ਇੰਟਰਵਿਊ ਹੋਈ। ਉਸੇ ਦਿਨ ਮੇਰੀ ਇੰਟਰਵਿਊ ਇੱਕ ਸੀਗੀ ਜ਼ੈਰੋਕਸ ਦੀ ਕੰਪਨੀ ਹੈ ਜਿਹੜੇ ਫੋਟੋ ਕਾਪੀਅਰ ਬਣਾਉਂਦੇ ਜਾਪਾਨ ਲਈ, ਉਹਨਾਂ ਦੀ ਇੰਟਰਵਿਊ ਸੀ। ਇੰਟਰਵਿਊ ਸਵੇਰੇ ਮੈਂ ਓਮਾਨ ਲਈ ਦਿੱਤੀ, ਦੁਪਹਿਰ ਨੂੰ ਮੈਂ ਜ਼ੈਰੋਕਸ ਲਈ ਦਿੱਤੀ। ਤੇ ਮੈਂ ਜਦੋਂ ਘਰੇ ਪਹੁੰਚਿਆ ਤੇ ਅਗਲੇ ਦਿਨ ਸਵੇਰੇ ਮੇਰੇ ਇਨਬਾਕਸ 2 ਮੇਲਾਂ ਸੀ। ਪਹਿਲੀ ਈਮੇਲ ਇਹ ਜਿਹੜਾ ਕਾਲਜ ਸੀਗਾ ਇਹਨਾਂ ਨੇ ਮੈਨੂੰ, ਇਹਨਾਂ ਦੇ ਚੀਫ ਐਡਮਿਨਿਸਟ੍ਰੇਟਰ ਨੇ ਮੇਲ ਭੇਜਤੀ ਵੀ ਯੂ ਆਰ ਅ ਸਿਲੈਕਟਡ ਕੈਂਡੀਡੇਟ, ਕਿਉਂਕਿ ਤੂੰ ਬਾਹਰ ਜਾਣਾ ਆ, ਫਾਰਮੈਲਿਟੀਜ਼ ਇਹਨੂੰ ਪੂਰਾ ਕਰ ਤਾਂ ਕਿ ਅਸੀਂ ਤੈਨੂੰ ਕਾਂਟਰੈਕਟ ਭੇਜ ਸਕੀਏ। ਤੇ ਉਹ ਦੂਜੀ ਮੇਲ ਜ਼ੈਰੋਕਸ ਵੱਲੋਂ ਸੀ ਵੀ ਭਾਈ ਅਸੀਂ ਤੈਨੂੰ ਇਹ ਆਫਰ ਕਰ ਸਕਦੇ ਹਾਂ, ਤੈਨੂੰ ਹੋਰ ਦੇਸ਼ 'ਚ ਵੀ ਜਾਣਾ ਪੈ ਸਕਦਾ ਹੈ। ਔਰ ਉਹ ਜਾਪਾਨ ਬੜਾ ਪਰਟੀਕੂਲਰ ਕਹਿ ਰਹੇ ਸੀ। ਹੁਣ ਘਰਦਿਆਂ ਨੇ ਵਿਚਾਰ ਇਹੀ ਕੀਤੀ ਵੀ ਭਾਈ ਵੀ ਜਾਪਾਨ ਤਾਂ ਪਤਾ ਨਹੀਂ ਕੀ ਹੈ, ਮਸਕਟ ਟਰਾਈ ਕਰ ਲੈਂਦੇ। ਤੇ ਮੇਰੇ ਘਰਦਿਆਂ ਨੂੰ ਫਿਕਰ ਬਹੁਤ ਸੀ ਵੀ ਮਸਕਟ ਦੇ ਵਿੱਚ ਇਹ ਜੌਬ, ਉਹਨਾਂ ਨੂੰ ਯਕੀਨ ਜਿਹਾ ਨਹੀਂ ਸੀ ਹੋ ਰਿਹਾ, ਯਕੀਨ ਮੈਨੂੰ ਵੀ ਨਹੀਂ ਸੀ ਹੋ ਰਿਹਾ, ਪਰ ਮੈਂ ਆਪਣੀ ਜਿਹੜੀ ਖੁਸ਼ੀ ਨੂੰ ਥੋੜਾ ਜਿਹਾ ਲੁਕੋ ਕੇ ਰੱਖਿਆ। ਐਨੀਵੇ ਕਨਫਰਮ ਕੀਤਾ, ਕੁਛ ਦੋਸਤਾਂ ਮਿੱਤਰਾਂ ਤੋਂ ਕਿਸੇ ਨੂੰ ਕਾਂਟਰੈਕਟ ਦਿਖਾਇਆ। ਜਦੋਂ ਮੈਨੂੰ ਕਾਂਟਰੈਕਟ ਮਿਲ ਗਿਆ ਉਹ ਕਹਿੰਦੇ ਭਾਈ ਸੋਚ ਨਾ, ਇਹ ਆਰਗੇਨਾਈਜੇਸ਼ਨ ਜਿਹੜੀ ਚਲਾਉਂਦੀ ਹੈ ਬਹੁਤ ਵਧੀਆ, ਇੱਕ ਤੂੰ ਪੜ੍ਹਾਉਣਾ ਹੈ ਉੱਥੇ ਤੇ ਤੇਰੀ ਲਾਈਫ ਵਧੀਆ ਹੋਏਗੀ ਜੀ। 2000 ਦੇ ਵਿੱਚ ਮੈਂ, ਔਰ ਬੜਾ ਇੰਟਰਸਟਿੰਗ ਹੈ ਮਹੀਨਾ, ਸਤੰਬਰ 2000 ਦੇ ਵਿੱਚ ਮੈਂ ਓਮਾਨ ਚਲਾ ਗਿਆ। ਮੈਨੂੰ ਜੇ ਕੁਛ ਵੀ ਯਾਦ ਹੈ ਤਾਂ ਮੇਰੀ ਭੈਣ ਦਾ ਇੱਕ ਵਰਡ, ਮੈਨੂੰ ਇੱਕ ਲਾਈਨ ਯਾਦ ਹੈ ਕਿ ਵੀਰੇ ਤੂੰ ਪਹਿਲੀ ਵਾਰ ਜਦੋਂ ਜਹਾਜ਼ ਚੜਿਆ ਸੀ ਨਾ, ਤੂੰ ਪਿੱਛੇ ਮੁੜ ਕੇ ਸਾਨੂੰ ਬਾਏ ਬਾਏ ਵੀ ਨਹੀਂ ਕੀਤੀ, ਤੂੰ ਇੰਨਾ ਐਕਸਾਈਟਡ ਸੀਗਾ। ਮੈਨੂੰ ਆਪ ਨਹੀਂ ਸੀ ਪਤਾ ਮੈਂ ਇੰਨਾ ਐਕਸਾਈਟਡ ਸੀਗਾ। ਤੇ ਉਹ ਮੈਂ ਫਿਰ ਓਮਾਨ ਚਲਾ ਗਿਆ, ਉੱਥੇ ਇੱਕ ਮੈਂ ਵੱਖਰੀ ਜ਼ਿੰਦਗੀ ਉੱਥੇ ਸਟਾਰਟ ਕੀਤੀ। ਮੈਂ ਸਟਾਰਟ ਉੱਥੇ ਕੀਤਾ ਇੱਕ ਐਜ਼ ਅ ਕੰਪਿਊਟਰ ਟੈਕਨੀਸ਼ੀਅਨ, ਤੇ ਇੱਕ ਇੰਸਟਰਕਟਰ ਦੀ ਜੌਬ ਸੀਗੀ ਮੇਰੀ। ਉੱਥੋਂ ਮੈਂ ਛੋਟੀ ਜਿਹੀ ਜੌਬ ਤੋਂ ਆਪਣਾ ਸਟਾਰਟ ਕੀਤਾ ਤੇ ਉੱਥੋਂ ਫਿਰ ਮੈਂ ਆਪਣੀ ਜ਼ਿੰਦਗੀ ਦਾ ਇੱਕ ਦੂਜਾ ਪੜਾਅ ਸ਼ੁਰੂ ਕੀਤਾ। ਚੰਗੇ ਪੈਸੇ ਸੀ, ਚੰਗੀ ਲਾਈਫ ਸੀ, ਤੇ ਬਹੁਤ ਕੁਝ ਸਿੱਖਣ ਨੂੰ ਸੀਗਾ ਮੇਰੇ ਕੋਲ ਓਮਾਨ ਦੇ ਵਿੱਚ। ਜ਼ਿੰਦਗੀ ਅਨਲਿਮਿਟਿਡ ਵੀ ਹੁੰਦੀ ਹੈ, ਜ਼ਿੰਦਗੀ ਘੁਮਾਦਾਰ ਵੀ ਹੁੰਦੀ ਹੈ। ਸੁਖਜੀਤ ਸਿੰਘ ਹੋਰੀ ਕੈਨੇਡਾ ਨੂੰ ਆਉਂਦੇ ਪਹਿਲਾਂ ਇਹ ਓਮਾਨ ਪਹੁੰਚਦੇ ਨੇ, ਤੇ ਓਮਾਨ ਵਿੱਚ ਇਹਨਾਂ ਨੇ ਕੀ ਸਿੱਖਿਆ, ਓਮਾਨ ਦਾ ਕੈਨੇਡਾ ਨਾਲ ਕੀ ਨਾਤਾ ਰਿਹਾ, ਤੇ ਕੈਨੇਡਾ ਕਿਵੇਂ ਇਹਨਾਂ ਦੀ ਆਮਦ ਹੁੰਦੀ ਹੈ, ਅਗਲੇ ਹਿੱਸੇ 'ਚ ਆਪਾਂ ਇਹਨਾਂ ਕੋਲੋਂ ਜਾਣਾਂਗੇ। ਕਿਉਂਕਿ ਇਹ ਸ਼ੋਅ ਹੀ ਆਮ ਲੋਕਾਂ ਦੇ ਦੁਆਲੇ ਹੈ, ਉਹ ਆਮ ਲੋਕ ਜੋ ਖਾਸ ਹੋ ਗਏ ਨੇ, ਚਾਹੇ ਆਪਣੇ ਯਤਨਾਂ ਸਦਕਾ ਤੇ ਚਾਹੇ ਕਿਸੇ ਨਾ ਕਿਸੇ ਅਜਿਹੀ ਵਜ੍ਹਾ ਕਰਕੇ ਜੋ ਟੈਲੈਂਟ ਉਹਨਾਂ ਦੇ ਵਿੱਚ ਹੈ। ਸੁਖਜੀਤ ਹੋਰੀ ਕਰੀਅਰ ਸਟ੍ਰੈਟੇਜਿਸਟ ਵੀ ਨੇ, ਲੋਕਾਂ ਨੂੰ ਸਲਾਹ ਵੀ ਦਿੰਦੇ ਨੇ। ਸੋ ਉਹਨਾਂ ਦੇ ਆਪਣੇ ਕਰੀਅਰ ਬਾਰੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਬਹੁਤ ਮਾਇਨੇ ਰੱਖਦੀਆਂ ਨੇ, ਕਿਉਂਕਿ ਕਈ ਪਾਸਿਆਂ ਤੋਂ ਕਈ ਕੁਝ ਸਿੱਖ ਕੇ ਇਨਸਾਨ ਦੂਸਰੇ ਦੀ ਮਦਦ ਕਰਨ ਵੱਲ ਤੁਰਦਾ। ਸੋ ਅੱਗੇ ਚੱਲ ਕੇ ਆਪਾਂ ਜਾਣਦੇ ਹਾਂ ਉਹਨਾਂ ਕੋਲੋਂ ਕਿ ਓਮਾਨ ਰਹਿੰਦਿਆਂ ਉਹਨਾਂ ਨੇ ਕੀ ਸਿੱਖਿਆ ਤੇ ਕੈਨੇਡਾ ਉਹਨਾਂ ਦੀ ਆਮਦ ਕਿਵੇਂ ਹੁੰਦੀ ਹੈ। You're listening to Zindagi Unlimited with your host Manpreet Sahota. ਜ਼ਿੰਦਗੀ ਅਨਲਿਮਿਟਿਡ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਸਰਦਾਰ ਸੁਖਜੀਤ ਸਿੰਘ ਆਹਲੂਵਾਲੀਆ ਹੋਰਾਂ ਦੇ ਨਾਲ, ਜਿਹੜੇ ਕਮਿਊਨਿਟੀ ਦੇ ਨਾਲ ਬਰੈਂਪਟਨ ਦੇ ਵਿੱਚ ਖਾਸ ਤੌਰ ਤੇ ਬੜਾ ਨੇੜਿਓਂ ਜੁੜੇ ਹੋਏ ਨੇ, ਲੋਕਾਂ ਨੂੰ ਕਰੀਅਰ ਬਾਰੇ ਸਲਾਹ ਵੀ ਦਿੰਦੇ ਨੇ ਔਰ ਨਾਨ ਪ੍ਰੋਫਿਟ ਦੇ ਨਾਲ ਜੁੜੇ ਹੋਏ ਨੇ। ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਦੇ ਸਫ਼ਰ ਦੀ। ਹੁਣ ਤੱਕ ਉਹਨਾਂ ਨੇ ਸਾਨੂੰ ਦੱਸਿਆ ਕਿ ਓਮਾਨ ਉਹ ਪਹੁੰਚ ਜਾਂਦੇ ਨੇ ਕੈਨੇਡਾ ਜਾਂਦੇ ਓਮਾਨ ਵਿੱਚ ਕੀ ਸਿੱਖਿਆ ਸੁਖਜੀਤ ਜੀ ਤੁਸੀਂ? ਓਮਾਨ ਇੱਕ ਬੜਾ ਮਤਲਬ ਮੇਰੇ ਲਈ ਬਹੁਤ ਇੱਕ ਨਿਆਮਤ ਬਣ ਕੇ ਆਇਆ ਉਹ ਦੇਸ਼, ਔਰ ਬਹੁਤ ਜ਼ਿਆਦਾ ਮੇਰੇ ਲਈ ਇੱਕ ਆਨਰ ਦੀ ਚੀਜ਼ ਸੀ ਵੀ ਜਿਸ ਕਮਿਊਨਿਟੀ ਕਾਲਜ ਮੈਂ ਪੜ੍ਹਾਉਂਦਾ ਸੀ ਉਹ ਐਫੀਲੀਏਟਡ ਸੀਗਾ ਗਲਾਸਗੋ ਕੈਲੇਡੋਨੀਅਨ ਯੂਨੀਵਰਸਿਟੀ। ਤੇ ਮੇਰਾ ਪਹਿਲਾ ਇੰਪ੍ਰੈਸ਼ਨ ਉਸ ਕੈਂਪਸ ਦੇ ਵਿੱਚ ਇਹ ਸੀ ਵੀ
ਮੈਨੂੰ ਡਾਈਵਰਸ ਵਰਡ ਨਹੀਂ ਸੀ ਪਤਾ, ਡਾਈਵਰਸਿਟੀ ਵਰਡ ਨਹੀਂ ਸੀ ਪਤਾ ਪਹਿਲਾਂ, ਪਰ ਮੈਂ ਇੰਨਾ ਹੈਰਾਨ ਹੋਇਆ ਵੀ ਇੱਕ ਉਹ ਹੈ ਇਸਲਾਮਿਕ ਦੇਸ਼, ਉਸ ਦੇਸ਼ ਦੇ ਵਿੱਚ ਉਸ ਕੈਂਪਸ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ, ਤੇ ਮੈਂ ਦੇਖ ਰਿਹਾ ਵੀ ਹਰ ਨਸਲ, ਹਰ ਕੰਟਰੀ, ਜੇ ਮੈਂ ਤੁਹਾਨੂੰ ਨੰਬਰ ਦੇ ਹਿਸਾਬ ਨਾਲ ਦੱਸਾਂ, ਕਰੀਬ 35 ਦੇਸ਼ਾਂ ਦੇ ਬਸ਼ਿੰਦੇ ਉੱਥੇ ਕੰਮ ਕਰਦੇ ਸੀ ਜਾਂ ਪੜ੍ਹਦੇ ਸੀਗੇ। ਤੇ ਇੰਟਰਸਟਿੰਗ ਪਾਰਟ ਇਹਦਾ, ਤੇ ਕੈਨੇਡਾ ਨਾਲ ਲਿੰਕ, ਜਿਹੜਾ ਕੈਨੇਡਾ ਨਾਲ ਲਿੰਕ, ਉਹ ਇਹ ਹੈ ਵੀ ਜਦੋਂ ਮੈਂ ਸੈਟਲ ਹੋ ਗਿਆ 2-3 ਦਿਨਾਂ ਦੇ ਵਿੱਚ ਪਤਾ ਲੱਗ ਗਿਆ ਕੌਣ ਸਟਾਫ ਹੈ, ਕੀ ਹੈ, ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਉੱਥੇ ਕੁਝ ਸਟਾਫ ਕੈਨੇਡਾ ਤੋਂ ਹੈ। ਉਹ ਮੇਰੇ ਲਈ ਨਾ ਬੜਾ ਇੱਕ ਚੀਜ਼ ਸੀਗੀ, ਮੈਂ ਹੁਣੇ ਫੜਦਾ ਉਹਨਾਂ ਨੂੰ ਤੇ ਜਾ ਕੇ 4 ਗੱਲਾਂ ਕੈਨੇਡਾ ਬਾਰੇ ਦੱਸਦਾ, ਭਾਈ ਤੁਹਾਡੇ ਦੇਸ਼ ਨੇ ਮੈਨੂੰ ਆਉਣ ਨਹੀਂ ਦਿੱਤਾ, ਦੇਖੋ ਮੈਂ ਹੁਣ ਇੱਥੇ ਮਾਨ 'ਚ ਆ ਗਿਆ। ਤੇ ਅੱਛਾ, ਮੈਂ ਉਹ ਬੜਾ ਫਰੈਂਕਲੀ ਉਹਨਾਂ ਨੂੰ ਜਾ ਕੇ ਬੜਾ ਆਪਣਾ ਰੋਸ ਜਿਹਾ ਪ੍ਰਗਟ ਕੀਤਾ ਵੀ ਤੁਹਾਡੇ ਦੇਸ਼ ਨੇ ਮੈਨੂੰ ਆਉਣ ਨਹੀਂ ਦਿੱਤਾ, ਤੇ ਉਹ ਬੜੇ ਚੁੱਪ-ਚਾਪ ਸੁਣਦੇ ਰਹੇ। ਤੇ ਇੱਕ ਪਰਟੀਕੁਲਰ ਪਰਸਨ ਸੀ ਕੈਨੇਡੀਅਨ, ਤੇ ਉਹ ਲੇਡੀ 4 ਕਦਮ ਅੱਗੇ ਆ ਕੇ ਮੈਨੂੰ ਕਹਿੰਦੀ, ਸੁਖਜੀਤ ਵੀ ਆਰ ਸੌਰੀ। ਅੱਛਾ, ਮੈਂ ਕਿਹਾ ਮਤਲਬ ਮੈਨੂੰ ਉਹ ਨਾ ਸਮਝ ਆਵੇ ਵੀ ਉਹ ਕਿਉਂ ਮੈਨੂੰ ਸੌਰੀ ਕਰ ਰਹੀ ਆ, ਤੇ ਮੈਨੂੰ ਨਾ ਇਮੀਡੀਏਟਲੀ ਆਫਟਰ ਸੌਰੀ ਕਹਿਣ ਤੋਂ ਬਾਅਦ ਕਹਿੰਦੀ, ਵਾਈ ਡੋਂਟ ਯੂ ਕਮ ਓਵਰ, ਤੇ ਅਸੀਂ ਤੈਨੂੰ ਕੈਨੇਡੀਅਨ ਹੌਸਪਿਟੈਲਿਟੀ ਦਿਖਾਉਂਦੇ ਕੀ ਹੁੰਦੀ। ਤੇ ਆਪਾਂ ਬੜੇ ਚਾਅ ਨਾਲ ਚਲੇ ਗਏ ਜੀ, ਵੀ ਕੋਈ ਕੈਨੇਡੀਅਨ ਬੁਲਾ ਰਿਹਾ ਸਾਨੂੰ ਘਰੇ, ਕਿਉਂ ਨਾ ਚੱਲੀਏ। ਮੈਂ ਚਲਾ ਗਿਆ ਜੀ ਉੱਥੇ। ਤੁਸੀਂ ਇਹ ਦੇਖੋ, ਮਤਲਬ ਮੇਰੇ ਲਈ ਬੜਾ ਇਹ, ਹੁਣ ਮੈਂ ਹਮੇਸ਼ਾ ਯਾਦ ਰੱਖਦਾ ਉਸ ਮੂਮੈਂਟ ਨੂੰ। ਦਾ ਮੂਮੈਂਟ ਮੈਂ ਉਹਨਾਂ ਦੇ ਘਰ ਦੇ ਪ੍ਰਵੇਸ਼ ਕਰਨ ਤੋਂ ਪਹਿਲਾਂ, ਉਹ ਸਾਰਾ ਪਰਿਵਾਰ ਘਰ ਦੇ ਬੂਹੇ ਮੂਹਰੇ ਖੜਾ ਹੈ, ਮਤਲਬ ਮੈਂ ਆਪਣੀ ਗੱਡੀ ਪਾਰਕ ਕੀਤੀ, 4 ਕਦਮ ਪੁੱਟ ਕੇ ਮੈਂ ਅੰਦਰ ਜਾਣਾ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈ ਨਾ, ਕਹਿੰਦੀ ਵੇਟ, ਉਹਨੇ ਆਪਣੇ ਦੋਨਾਂ ਹੱਥਾਂ ਦੇ ਨਾਲ ਨਾ ਮੈਨੂੰ ਇੱਕ ਰੈੱਡ ਤੇ ਵਾਈਟ ਚੀਜ਼ ਸੀਗੀ, ਤੇ ਮੈਂ ਕਿਹਾ ਪਤਾ ਨਹੀਂ ਕੀ ਦੇਣ ਲੱਗੀ ਹੈ ਮੈਨੂੰ, ਮੈਂ ਤਾਂ ਹਜੇ ਆਇਆ ਹੀ ਹਾਂ, ਆਪਣੇ ਤਾਂ ਹੈ ਜਾਣ ਲੱਗੇ ਗਿਫਟ ਕੋਈ ਦਿੰਦਾ ਹੈ, ਸ਼ੁਰੂ 'ਚ ਮੈਨੂੰ ਕੁਝ ਦੇ ਦਿੰਦੀ ਹੈ। ਉਹਨੇ ਮੇਰੇ ਹੱਥਾਂ ਦੇ ਵਿੱਚ ਨਾ, ਕਹਿੰਦੀ ਦੋਨੋਂ ਹੱਥ ਮੂਹਰੇ ਕਰ, ਤੇ ਮੇਰੇ ਹੱਥ 'ਚ ਨਾ ਕੈਨੇਡਾ ਦਾ ਫਲੈਗ ਦੇ ਦਿੱਤਾ। ਅੱਛਾ, ਮੈਨੂੰ ਉਹ ਫਲੈਗ ਦੇ ਦਿੱਤਾ, ਮੈਨੂੰ ਤਾਂ ਇਹ ਆ ਗਿਆ ਵੀ ਆਪਾਂ ਨੂੰ ਮੈਪਲ ਲੀਫ ਸੋਹਣਾ ਲੱਗਦਾ, ਮੈਂ ਫਲੈਗ ਬਸ ਚਾਅ ਨਾਲ ਫੜ ਲਿਆ। ਮੈਨੂੰ ਉਹਦਾ ਸਿੰਬੋਲਿਕ ਜਿਹੜਾ ਜੈਸਚਰ ਸੀ, ਉਹ ਮੈਨੂੰ ਕੈਨੇਡਾ ਆ ਕੇ ਪਤਾ ਲੱਗਿਆ, ਔਰ ਉਹ ਝੰਡਾ ਹਜੇ ਤੱਕ ਮੇਰੇ ਕੋਲ ਹੈ। ਔਰ ਉਹ ਪਰਿਵਾਰ ਹੈ ਜਿਹੜਾ ਕੈਨੇਡਾ ਚੋਂ, ਪ੍ਰਿੰਸ ਐਡਵਰਡ ਆਈਲੈਂਡ ਚੋਂ ਆ, 30-35 ਸਾਲ ਹੋ ਗਏ ਉਹਨਾਂ ਨੂੰ ਕੈਨੇਡਾ ਛੱਡਿਆਂ ਨੂੰ, ਤੇ ਉਹ ਓਮਾਨ, ਦੁਬਈ ਇੱਥੇ ਕੰਮ ਕਰਦੇ ਨੇ ਹੁਣ, ਪਰਮਾਨੈਂਟ ਉੱਥੇ ਹੀ ਰਹਿੰਦੇ ਨੇ, ਉੱਥੇ ਹੀ ਉਹਨਾਂ ਦੀ ਬੱਚੇ ਵੀ ਉੱਥੇ ਪੈਦਾ ਹੋਏ, ਉੱਥੇ ਵੱਡੇ ਹੋਏ ਨੇ। ਤੇ ਉਸ ਤੋਂ ਬਾਅਦ ਮੇਰੀ ਜਰਨੀ ਨਾ ਉਹਨਾਂ ਦੇ ਨਾਲ ਬੜੀ ਵਧੀਆ ਸਟਾਰਟ ਹੋ ਗਈ, ਇਸ ਕਰਕੇ ਕਿਉਂਕਿ ਹਰ ਇੱਕ ਦਿਨ ਮੇਰੀ ਡਿਸਕਸ਼ਨ ਉਹਨਾਂ ਨਾਲ ਕੈਨੇਡਾ ਬਾਰੇ ਹੁੰਦੀ ਸੀ, ਵੀ ਕੈਨੇਡਾ ਕਿੰਨਾ ਡਾਈਵਰਸ ਹੈ, ਕੈਨੇਡਾ ਕੀ ਹੈ, ਔਰ ਜ਼ਿੰਦਗੀ ਏਦਾਂ ਚੱਲਦੀ ਰਹੀ। ਤੇ ਜ਼ਿੰਦਗੀ ਇੰਨੀ ਫਾਸਟ ਚੱਲੀ ਵੀ ਉਸੇ ਹੀ ਕਾਲਜ ਦੇ ਵਿੱਚ, ਕਿਉਂਕਿ ਮੇਰੇ ਕੋਲ ਇੱਕ ਡਿਪਲੋਮਾ ਸੀਗਾ, ਉਸੇ ਕਾਲਜ ਦੇ ਵਿੱਚ ਮੈਨੂੰ ਇੱਕ ਤਰ੍ਹਾਂ ਉਸੇ ਕਾਲਜ ਨੇ ਸਪਾਂਸਰ ਕੀਤਾ, ਤੇ ਮੇਰੀ ਸਟੱਡੀ ਨੂੰ ਅੱਗੇ ਵਧਣ ਦਾ ਮੈਨੂੰ ਮੌਕਾ ਮਿਲਿਆ। ਉੱਥੇ ਰਹਿੰਦੇ ਰਹਿੰਦੇ ਮੇਰਾ ਵਿਆਹ ਵੀ ਹੋਇਆ 2004 ਦੇ ਵਿੱਚ, ਔਰ ਉਹ ਵਿਆਹ ਮੇਰਾ ਜਿਹੜਾ ਹੋਣਾ ਇੱਕ ਬੜਾ ਵੱਡਾ ਮੇਰੇ ਲਈ ਇੱਕ ਉਹ ਮਤਲਬ ਲਾਈਫ 'ਚ ਇੰਸੀਡੈਂਟ ਰਿਹਾ, ਜਿਹੜਾ ਕਿ ਮੈਨੂੰ ਬੜਾ ਪੋਜ਼ੀਟਿਵ, ਜਿਹੜਾ ਮੈਨੂੰ ਬਾਅਦ 'ਚ ਉਹਨੇ ਐਕਸਪੀਰੀਅੰਸ ਦਿੱਤਾ, ਜਿਹੜਾ ਹੁਣ ਤੱਕ ਦੇ ਰਿਹਾ। ਪਰ ਉਹ ਲਰਨਿੰਗ ਜਿਹੜੀ ਓਮਾਨ ਦੀ ਹੈ ਨਾ, ਟਰੂ ਡਾਇਵਰਸਿਟੀ, ਟਰੂ ਮੀਨਿੰਗ ਆਫ ਵੈਨ ਵੀ ਲਿਵ ਇਨ ਹਿਊਮੈਨਿਟੀ, ਉਹ ਮੈਨੂੰ ਉਸ ਦੇਸ਼, ਉਸ ਕੈਂਪਸ ਦੇ ਵਿੱਚ ਬੜਾ ਮੈਨੂੰ ਸਿੱਖਣ ਨੂੰ ਮਿਲਿਆ। ਸਾਊਥ ਇੰਡੀਆ ਤੋਂ ਬੜੇ ਲੋਕ ਸੀ, ਮੈਂ ਇੰਨਾ ਵੱਡਾ ਉਸ ਕੈਂਪਸ ਦਾ ਫੈਨ, ਲੋਕਾਂ ਦਾ ਫੈਨ ਬਣ ਗਿਆ ਕਿ ਜਦੋਂ ਮੈਂ ਕੈਨੇਡਾ ਆਇਆ, ਮੇਰੀ ਜਿਹੜੀ ਮੁਹਾਰਤ ਅਰਬਿਕ ਲੈਂਗੁਏਜ ਦੇ ਵਿੱਚ, ਤੇਲਗੂ ਲੈਂਗੁਏਜ ਦੇ ਵਿੱਚ, ਤੇ ਮਲਿਆਲਮ ਲੈਂਗੁਏਜ ਦੇ ਵਿੱਚ, ਜੇ ਕ੍ਰੋਨੋਲੋਜੀਕਲ ਦੇਖੀਏ, ਅਰਬਿਕ ਟਾਪ ਦੇ ਉੱਤੇ ਆ ਜਾਂਦੀ ਹੈ। ਮੈਂ ਸੋਹਣੀ ਇੱਕ ਕੰਮ ਜੋਗੀ ਤੇਲਗੂ ਤੇ ਮਲਿਆਲਮ ਸਮਝ ਤੇ ਬੋਲ ਸਕਦਾ ਸੀ ਜਦੋਂ ਮੈਂ ਆਇਆ। ਔਰ ਮੇਰਾ ਫੂਡ ਜਿਹੜੀ ਈਟਿੰਗ ਹੈਬਿਟ ਸੀ, ਕਿਉਂਕਿ ਸਾਡਾ ਕੁੱਕ ਸਾਊਥ ਇੰਡੀਆ ਤੋਂ ਸੀ, ਮੈਂ ਫੂਡ ਦੇ ਵਿੱਚ ਜਿੰਨਾ ਐਕਸਪਲੋਰ ਓਮਾਨ 'ਚ ਕੀਤਾ ਹੈ, ਮੈਂ ਇਸ ਵੇਲੇ ਤੱਕ ਕੈਨੇਡਾ 'ਚ ਨਹੀਂ ਕੀਤਾ। ਸੋ ਉਹ ਸਾਰੀਆਂ ਲਰਨਿੰਗ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਮੈਨੂੰ ਕੈਨੇਡਾ 'ਚ ਕਿੱਦਾਂ ਕੰਮ ਆਈਆਂ। ਪਰ ਵਿਆਹ ਹੋਣ ਤੋਂ ਬਾਅਦ ਸਾਡੇ ਘਰੇ ਸਾਡੀ ਬੇਟੀ ਦਾ ਜਨਮ 2007 ਦੇ ਵਿੱਚ ਹੋਇਆ, ਤੇ ਦਮਨ ਵੀ ਉੱਥੇ ਪੜ੍ਹਾਉਣ ਲੱਗ ਪਏ। ਵਿਆਹ ਹੋਣ ਤੋਂ ਇਮੀਡੀਏਟਲੀ ਬਾਅਦ ਉਹ ਮੇਰੇ ਨਾਲ ਜੁਆਇਨ ਕਰ ਲਿਆ। ਦੂਜੇ ਦਿਨ ਹੀ ਅਸੀਂ ਚਲੇ ਗਏ ਸੀ ਇੰਡੀਆ ਛੱਡ ਕੇ, ਤੇ ਉਹ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਸੀਗੇ, ਮੈਂ ਉਸ ਕੈਂਪਸ 'ਚ ਪੜ੍ਹਾਉਂਦਾ ਸੀ। ਜ਼ਿੰਦਗੀ ਵਧੀਆ ਚੱਲ ਰਹੀ ਸੀ। ਤੇ ਫਿਰ ਟੇਬਲ 'ਤੇ ਤੁਸੀਂ ਆਉਂਦੇ ਹੋ ਤੇ ਸੋਚਦੇ ਹੋ ਭਾਈ ਵੀ ਅੱਗੇ ਕੀ ਕਰਨਾ ਹੈ। ਤੇ ਅੱਗੇ ਸਾਡੇ ਕੋਲ 2-3 ਆਪਸ਼ਨ ਸੀਗੀਆਂ, ਕਿਉਂਕਿ ਉਹ ਯੂਨੀਵਰਸਿਟੀ ਸੀਗੀ ਐਫੀਲੀਏਟਡ ਉਹਦੇ ਨਾਲ, ਗਲਾਸਗੋ ਦੇ ਨਾਲ, ਤੇ ਉਹ ਇੱਕ ਆਪਸ਼ਨ ਸੀ ਵੀ ਤੁਸੀਂ ਉੱਥੇ ਟਰਾਂਸਫਰ ਲੈ ਸਕਦੇ ਹੋ, ਕੋਈ ਤਰੀਕੇ ਦੇ ਨਾਲ ਤੁਸੀਂ ਇੰਗਲੈਂਡ ਵੀ ਜਾ ਸਕਦੇ ਹੋ। ਦੂਜੀ ਸੀਗੀ ਆਪਸ਼ਨ ਆਸਟ੍ਰੇਲੀਆ ਦੀ, ਤੇ ਤੀਜੀ ਸੀਗੀ ਕੈਨੇਡਾ ਦੀ। ਉਹ ਜਿਹੜੀ ਤੀਜੀ ਆਪਸ਼ਨ ਹੈ ਨਾ, ਉਹਦਾ ਜਵਾਬ ਸਾਨੂੰ ਛੇਤੀ ਆ ਗਿਆ, ਤੇ ਅਸੀਂ ਆਪਣੇ ਬੋਰੀਏ ਬਿਸਤਰੇ ਬੰਨਣੇ ਸ਼ੁਰੂ ਕੀਤੇ ਤੇ ਕੈਨੇਡਾ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤੇ ਅਰਾਊਂਡ ਜੂਨ-ਜੁਲਾਈ 2009 ਦੇ ਵਿੱਚ ਮੈਂ ਉਸ ਦੇਸ਼ ਨੂੰ, ਉਸ ਸੰਸਥਾ ਨੂੰ ਅਲਵਿਦਾ ਕੀਤਾ। ਬੜਾ ਪਿਆਰਾ, ਮੈਨੂੰ ਹਰ ਇੱਕ ਮੂਵਮੈਂਟ ਮੈਂ ਕੈਮਰੇ 'ਚ ਵੀ ਕੈਪਚਰ ਕੀਤੀ, ਕਿਉਂਕਿ ਉਹ ਬੜੀਆਂ ਤੁਹਾਡੀਆਂ ਯਾਦਾਂ ਰਹਿੰਦੀਆਂ ਨੇ ਤੁਹਾਡੇ ਪਾਸਟ ਦੀਆਂ। ਐਂਡ ਥੈਂਕ ਗॉड ਉਦੋਂ ਤੱਕ ਡਿਜੀਟਲ ਕੈਮਰੇ ਤੇ ਉਹ ਸਭ ਕੁਝ ਆ ਚੁੱਕਾ ਸੀ, ਤਾਂ ਕਿ
ਪਰ ਉਸ ਦੇਸ਼ ਨੇ ਜੋ ਮੈਨੂੰ ਸਿਖਾਇਆ, ਉਹਦੀਆਂ ਯਾਦਾਂ ਔਰ ਜੋ ਸਿੱਖਿਆ ਮੈਨੂੰ ਉਹਨਾਂ ਕੈਨੇਡੀਅਨਸ ਤੋਂ ਉੱਥੇ ਮਿਲੀ, ਉਹ ਓਮਾਨੀ ਲੋਕਾਂ ਤੋਂ ਉੱਥੇ ਮਿਲੀ, ਔਰ ਰੈਸਟ ਆਫ ਇੰਡੀਅਨ ਜਿਹੜੇ ਉੱਥੇ ਸੀ ਉਹਨਾਂ ਤੋਂ ਸਿੱਖਣ ਨੂੰ ਜੋ ਮੈਨੂੰ ਭਾਰਤ 'ਚ ਰਹਿ ਕੇ ਭਾਰਤ ਬਾਰੇ ਨਹੀਂ ਪਤਾ ਲੱਗਿਆ, ਉਹ ਮੈਨੂੰ ਓਮਾਨ 'ਚ ਜਾ ਕੇ ਭਾਰਤ ਬਾਰੇ ਪਤਾ ਲੱਗਿਆ, ਦੂਸਰੀਆਂ ਨੈਸ਼ਨੈਲਿਟੀਜ਼ ਬਾਰੇ। ਸੋ ਇਹ ਮੇਰਾ ਸਫ਼ਰ ਉੱਥੋਂ ਤੱਕ ਰਿਹਾ। ਤੇ ਉਸ ਤੋਂ ਬਾਅਦ ਮੈਂ ਸਮਾਨ ਆਪਣਾ ਸਾਰਾ ਅਸੀਂ ਵੇਚ ਕੇ ਉੱਥੇ ਤੇ ਜਿੰਨਾ ਪੈਕ ਕਰਕੇ ਭੇਜ ਸਕਦੇ ਸੀ ਇੰਡੀਆ ਭੇਜਤਾ। ਮੇਰਾ ਇਰਾਦਾ ਇਹ ਸੀ ਵੀ ਜ਼ਿੰਦਗੀ ਦਾ ਦੂਜਾ ਵੱਡਾ ਸਟੈਪ ਲੈਣ ਤੋਂ ਪਹਿਲਾਂ ਮੈਂ ਕੁਛ ਟਾਈਮ ਆਪਣੇ ਪਰਿਵਾਰ ਨਾਲ, ਮੇਰੇ ਵਾਈਫ ਦਮਨ ਨੇ, ਉਹ ਆਪਣੇ ਪਰਿਵਾਰ ਨਾਲ, ਜਿਹੜੀ ਛੋਟੀ ਹਰਜਪ ਹੈ ਉਹ ਹਜੇ 2 ਸਾਲ ਦੀ ਵੀ ਨਹੀਂ ਸੀ, ਵੀ ਨਾਨਾ ਨਾਨੀ ਦਾਦਾ ਦਾਦੀ ਨਾਲ ਥੋੜਾ ਜਿਹਾ ਟਾਈਮ ਕੱਟੇ ਤੇ ਅਸੀਂ ਆਪਣਾ ਬੋਰੀਆ ਬਿਸਤਰ ਚੁੱਕ ਕੇ ਇੰਡੀਆ ਨੂੰ ਤੁਰ ਪਏ। ਤੇ ਅੱਗੇ ਜਾ ਕੇ ਤੁਹਾਡੇ ਸਰੋਤਿਆਂ ਨੂੰ ਮੈਂ ਦੱਸਾਂਗਾ ਵੀ ਉਹ ਇੱਕ ਟਰਾਂਸਫਾਰਮੇਸ਼ਨ ਕਿੱਦਾਂ ਮੇਰੀ ਹੈਲਪ ਕੀਤੀ, ਜੋ ਮੈਂ ਅੱਜ ਕੈਨੇਡਾ ਦੇ ਵਿੱਚ ਹਾਂ, ਉਹ ਪ੍ਰੈਪਰੇਸ਼ਨ ਨੇ ਮੈਨੂੰ ਕਿੱਦਾਂ ਹੈਲਪ। ਜੀ, ਗੱਲ ਕਰ ਰਹੇ ਹਾਂ ਆਪਾਂ ਸਰਦਾਰ ਸੁਖਜੀਤ ਸਿੰਘ ਹੋਰਾਂ ਦੇ ਨਾਲ। ਤੁਹਾਡੇ ਚੋਂ ਕਈ ਸਰੋਤੇ ਜਾਣਦੇ ਹੋਣਗੇ ਉਹਨਾਂ ਨੂੰ ਨਿੱਜੀ ਰੂਪ ਵਿੱਚ ਵੀ ਤੇ ਸ਼ਾਇਦ ਪ੍ਰੋਫੈਸ਼ਨਲ ਕੈਪੈਸਿਟੀ ਵਿੱਚ ਵੀ ਜਾਣਦੇ ਹੋਣਗੇ। ਸਰ ਸੁਖਜੀਤ ਸਿੰਘ ਮੈਂਟਰ ਵੀ ਨੇ, ਉਹ ਗਾਈਡ ਵੀ ਕਰਦੇ ਨੇ ਕਰੀਅਰ ਬਾਰੇ ਵੀ ਤੇ ਹੋਰ ਕਈ ਚੀਜ਼ਾਂ ਬਾਰੇ ਵੀ। ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਕਿਸੇ ਵੀ ਇਮੀਗ੍ਰੇਸ਼ਨ ਸਟੋਰੀ ਦੇ ਵਿੱਚ ਇਹਨਾਂ ਨੂੰ ਤਾਂ ਆਇਆਂ ਨੂੰ ਜੀ ਬੜੇ 50 ਸਾਲ ਹੋ ਗਏ, 60 ਸਾਲ ਹੋ ਗਏ, ਪਰ ਇੰਨੇ ਥੋੜ੍ਹੇ ਜਿੰਨੇ ਸਮੇਂ ਸੁਖਜੀਤ ਹੋਰਾਂ ਨੇ ਸਾਨੂੰ ਦੱਸਿਆ ਵੀ 2009 'ਚ ਉਹ ਲੈਂਡ ਕਰਦੇ ਆ, 2020 ਹੈ। ਇਹਨਾਂ 11 ਸਾਲਾਂ ਦੇ ਅਰਸੇ ਦੇ ਵਿੱਚ ਸੁਖਜੀਤ ਨੇ ਆਪਣੀ ਜਗ੍ਹਾ ਬਣਾਈ ਹੈ। ਬੜੇ ਆਲਾ ਦਰਜੇ ਦੇ ਉਹ ਸਪੀਕਰ ਨੇ ਔਰ ਬੜੀਆਂ ਇੰਪੋਰਟੈਂਟ, ਬੜੀਆਂ ਮਹੱਤਵਪੂਰਨ ਥਾਵਾਂ ਦੇ ਉੱਤੇ ਉਹਨਾਂ ਨੇ ਕੀ ਨੋਟ ਐਡਰੈਸਿਸ ਵੀ ਦਿੱਤੇ ਨੇ। ਕਿਸ ਕੈਪੈਸਿਟੀ 'ਚ ਦਿੱਤੇ ਨੇ ਉਹ ਅੱਗੇ ਚੱਲ ਕੇ ਉਹਨਾਂ ਕੋਲੋਂ ਆਪਾਂ ਜਾਣਦੇ ਹਾਂ। You're listening to Zindagi Unlimited. ਜ਼ਿੰਦਗੀ ਅਨਲਿਮਿਟਿਡ ਵਿੱਚ ਅੱਜ ਦੇ ਸਾਡੇ ਮਹਿਮਾਨ ਸੁਖਜੀਤ ਸਿੰਘ ਨੇ, ਜਿਹੜੇ ਸੈਂਟਰ ਫਾਰ ਐਜੂਕੇਸ਼ਨ ਐਂਡ ਟ੍ਰੇਨਿੰਗ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਉਸ ਜਥੇਬੰਦੀ ਦਾ ਨਾਂ ਹੁਣ ਬਦਲ ਕੇ ਅਚੀਵ ਤਾਂ ਕਰ ਦਿੱਤਾ ਗਿਆ, ਪਰ ਸੁਖਜੀਤ ਹੋਰਾਂ ਦਾ ਰੋਲ ਲੋਕਾਂ ਦੀਆਂ ਜ਼ਿੰਦਗੀਆਂ ਬਣਾਉਣ ਤੇ ਉਸਾਰਨ ਦੇ ਵਿੱਚ ਉਵੇਂ ਹੀ ਮੌਜੂਦ ਹੈ। ਸੁਖਜੀਤ ਹੋਰਾਂ ਨੇ ਆਪਣੀ ਕਿਤਾਬ ਦਾ ਜ਼ਿਕਰ ਕੀਤਾ ਸੀ। ਕਿਤਾਬ ਦਾ ਨਾਂ ਉਹਨਾਂ ਦਾ ਹੈ ਸੇਮ ਸ਼ੂਜ਼ ਡਿਫਰੈਂਟ ਡੋਰਸ, ਕਿ ਜੁੱਤੀ ਉਹੀ ਹੈ ਪਰ ਦਰਵਾਜ਼ੇ ਬਦਲੇ ਨੇ। ਮੈਂ ਕਦਮਾਂ ਦੀ ਗੱਲ ਕੀਤੀ ਸੀ, ਸਫ਼ਰ ਦੀ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ। ਸੁਖਜੀਤ ਹੋਰਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਜਰਨੀ ਤੇ ਜੋ ਸਿੱਖਿਆ ਉਹਨਾਂ ਨੇ, ਉਹ ਸਾਰਾ ਕੁਝ ਉਹਦੇ ਵਿੱਚ ਭਰ ਦਿੱਤਾ ਹੋਇਆ। ਉਹਨਾਂ ਦੇ ਇਸ ਕਿਤਾਬ ਨੂੰ ਅਸੀਂ ਇਸ ਵੇਲੇ ਤਾਂ ਸ਼ਾਇਦ ਨਾ ਡਿਸਕਸ ਕਰ ਸਕੀਏ, ਪਰ ਉਹਨਾਂ ਦੀ ਕਹਾਣੀ ਜ਼ਰੂਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੈਨੇਡਾ ਦੀ ਉਹਨਾਂ ਦੀ ਕਹਾਣੀ ਜਦੋਂ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ, ਕੀ ਸੁਣਿਆ, ਕੀ ਹਾਸਲ ਕੀਤਾ। ਸੁਖਜੀਤ ਜੀ, ਥੈਂਕ ਯੂ ਵੈਰੀ ਮਚ ਮਨਪ੍ਰੀਤ ਜੀ। ਆਪਾਂ ਉੱਥੇ ਸ਼ੁਰੂ ਕਰਦੇ ਹਾਂ। ਜਦੋਂ ਮੈਂ ਓਮਾਨ ਛੱਡ ਦਿੱਤਾ, ਇੰਡੀਆ ਚਲਾ ਗਿਆ, ਤੇ ਗੂਗਲ ਦਾ ਮੈਂ ਬਹੁਤ ਸਹਾਰਾ ਲਿੱਤਾ ਵੀ ਮੈਂ ਦੇਖਾਂ ਮੈਂ ਜਿਹੜੇ ਦੇਸ਼ ਜਾਣਾ ਹੈ ਉਹਦੀ ਜਾਣਕਾਰੀ ਤਾਂ ਲਵਾਂ। ਔਰ ਤੁਹਾਡੇ ਰਿਸ਼ਤੇਦਾਰੀ, ਦੋਸਤ ਮਿੱਤਰ ਦੇ ਸਰਕਲ ਜ਼ਰੂਰ ਲੋਕੀ ਹੁੰਦੇ ਨੇ ਤੇ ਉਹਨਾਂ ਨਾਲ ਵੀ ਰਾਬਤੇ ਸ਼ੁਰੂ ਕੀਤੇ, ਪਰ ਮੈਂ ਜ਼ਿਆਦਾ ਇੰਟਰਨੈਟ ਦੇ ਉੱਤੇ ਰਿਲਾਈ ਕੀਤਾ। ਔਰ ਉਹਦੇ 'ਚ ਮੈਂ ਬੜਾ ਇੱਕ ਸਭ ਤੋਂ ਵੱਡੀ ਸ਼ੌਕਿੰਗ ਚੀਜ਼ ਜਦੋਂ ਮੈਂ ਉਹਦੇ 'ਚ ਸਰਚ ਕਰਦਾ ਸੀ ਤਾਂ ਇੱਕੋ ਚੀਜ਼ ਮੈਨੂੰ ਸੁਣਨ ਨੂੰ ਵਾਰ-ਵਾਰ ਮਿਲਦੀ ਸੀ ਵੀ ਤੁਹਾਡੀ ਜ਼ਿੰਦਗੀ ਸਟਰਗਲਜ਼ ਨਾਲ ਭਰਪੂਰ ਰਹੇਗੀ, ਤੁਹਾਨੂੰ ਕੁਛ ਨਹੀਂ ਮਿਲਣ ਵਾਲਾ, ਕੈਨੇਡਾ ਐਵੇਂ ਇਮੀਗ੍ਰੈਂਟ ਬੁਲਾਉਂਦਾ ਹੈ। ਬਹੁਤ ਨੈਗੇਟਿਵਿਟੀ ਸੀ ਉਹਦੇ 'ਚ। ਕੁਛ ਨਾ ਕੁਛ ਵਿੱਚ ਪੋਜ਼ੀਟਿਵ ਜ਼ਰੂਰ ਆਉਂਦਾ ਸੀ। ਜਿਹੜਾ ਪੋਜ਼ੀਟਿਵ ਆਉਂਦਾ ਸੀ ਉਹ ਮੈਂ ਇੱਕ ਨਾ ਵੱਖਰਾ ਫੋਲਡਰ ਬਣਾ ਕੇ ਉਹਨੂੰ ਸਟੋਰ ਕਰਦਾ ਰਹਿੰਦਾ ਸੀ। ਪਰ ਮੈਂ ਤਿਆਰੀ ਪੂਰੀ, ਜਿੱਦਾਂ ਪੰਜਾਬੀ 'ਚ ਕਹਿੰਦਾ ਵੀ ਖਿੱਚ ਤਿਆਰੀ, ਉਹ ਤਿਆਰੀ ਮੈਂ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਰ ਰਿਹਾ ਸੀ। ਔਰ ਮੈਂ ਅੱਗੇ ਜਾ ਕੇ ਦੱਸਦਾ ਸਰੋਤਿਆਂ ਨੂੰ ਮੇਰੀ ਤਿਆਰੀ ਕਿਸ ਹੱਦ ਤੱਕ ਸੀ। ਤੇ ਉਦੋਂ ਹੀ ਮੈਂ ਇੱਕ ਸੈਸ਼ਨ ਵੀ ਇਹਨਾਂ ਦਾ ਫੈਡਰਲੀ ਫੰਡਡ ਗਵਰਨਮੈਂਟ ਦਾ ਇੱਕ ਪ੍ਰੋਗਰਾਮ ਸੀਗਾ ਪ੍ਰੀ ਅਰਾਈਵਲ, ਉਹ ਮੈਂ ਲਾਇਆ ਤੇ ਥੋੜ੍ਹੀ ਜਾਣਕਾਰੀ ਮੈਨੂੰ ਹੋਰ ਮਿਲੀ ਤੇ ਚਲੋ ਜੀ ਅਸੀਂ ਕੈਨੇਡਾ ਆਏ। ਪਰ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ, ਜਿਹੜੀ ਉਹ ਜਰਨੀ ਸੀਗੀ ਪਿੰਡੋਂ ਤੁਰ ਕੇ ਅੰਮ੍ਰਿਤਸਰ, ਉਦੋਂ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਆਉਂਦੀ ਸੀ ਵਾਇਆ ਲੰਡਨ। ਅਸੀਂ ਹੁਣ ਮੈਂ ਆਪਣੇ ਬੈਗਾਂ ਨੂੰ ਝੋਲਾ ਹੀ ਦੱਸਾਂਗਾ, ਕਿਉਂਕਿ ਐਕਚੁਅਲੀ ਜਿਹੜੇ ਬੈਗ ਸੀਗੇ ਉਹਨਾਂ ਦੀ ਜਿਹੜੀ ਕੁਆਂਟਿਟੀ 15 ਤੋਂ ਜ਼ਿਆਦਾ ਸੀਗੀ। ਅਸੀਂ ਐਕਸਟਰਾ ਪੇ ਕਰਕੇ ਆਏ। ਉਹਦਾ ਕਾਰਨ ਕੀ ਸੀ, ਮੈਂ ਉਹ ਜਿਹੜੇ ਇੰਟਰਨੈਟ ਦੇ ਉੱਤੇ ਜਿਹੜੀ ਜਾਣਕਾਰੀ ਸੀ ਨਾ, ਮੈਂ ਅੰਦਰੋਂ ਬਹੁਤ ਸਹਿਮ ਗਿਆ ਸੀ ਵੀ ਇਹ ਤਾਂ ਬਹੁਤ ਸਟਰਗਲ ਭਰੀ ਜ਼ਿੰਦਗੀ ਹੋਣੀ ਹੈ। ਤੇ ਮੈਂ ਜਿਹੜੇ ਆਪਣੇ ਬੈਗ ਸੀਗੇ ਨਾ, ਬੈਗ ਜ਼ਿਆਦਾ ਕਿਉਂ ਸੀਗੇ, ਆਫਕੋਰਸ ਇੱਕ ਤਾਂ ਮਤਲਬ ਸਾਡੇ ਕੋਲ ਕੋਈ ਇਹੋ ਜਿਹੀ ਸੋਸ਼ਲ ਸਪੋਰਟ ਕੈਨੇਡਾ 'ਚ ਨਹੀਂ ਸੀ ਵੀ ਜਿੱਥੇ ਜਾ ਕੇ ਮੈਂ ਸਿੱਧਾ ਆਪਣੇ ਬੈਗ ਸਿੱਟਾਂ ਤੇ ਮੈਨੂੰ ਕੋਈ ਸਾਂਭ ਲਏਗਾ। ਇੱਕ ਬੜਾ ਪਿਆਰਾ ਸਾਡਾ ਇੱਕ ਕਨੈਕਸ਼ਨ ਬਣਿਆ ਇੱਥੇ ਮੇਰੇ ਸਹੁਰੇ ਪਰਿਵਾਰ ਵੱਲੋਂ। ਉਹਨਾਂ ਦੇ ਕੋਈ ਨੋਨ ਸੀਗੇ ਜਿਹੜੇ ਇੰਡੀਆ ਦੇ ਵਿੱਚ ਸਕੂਲਾਂ ਨੂੰ ਸਪੋਰਟ ਕਰਦੇ ਨੇ, ਹੋਰ ਕੋਈ ਸੋਸ਼ਲ ਕਾਜ਼। ਉਹ ਕਹਿੰਦੇ ਭਾਈ ਹੁਣ ਇਹਨਾਂ ਬੱਚਿਆਂ ਨੂੰ ਤੁਸੀਂ ਸਾਡੇ ਕੋਲ ਭੇਜ ਦਿਓ, ਜਿੰਨੀ ਦੇਰ ਮਰਜ਼ੀ ਰਹੋ ਸਾਡੇ ਕੋਲ। ਬਿਲੀਵ ਮੀ ਮਨਪ੍ਰੀਤ ਜੀ, ਉਹ ਜੈਸਚਰ ਉਸ ਫੈਮਿਲੀ ਦਾ ਵੀ ਅਸੀਂ ਕਦੀ ਨਹੀਂ ਭੁੱਲ ਸਕਦੇ। ਤੇ ਅਸੀਂ ਕੈਨੇਡਾ ਲੈਂਡ ਕੀਤੇ। ਜਦੋਂ ਲੈਂਡ ਕੀਤੇ, ਮੈਨੂੰ ਜਿਹੜੀ ਉੱਥੇ ਦੀ ਖੁਸ਼ਬੂ ਮੇਰੇ ਪੂਰੇ ਪਰਿਵਾਰ ਨੂੰ, ਮੈਨੂੰ ਤੇ ਉੱਥੇ ਦੇ ਲੋਕਾਂ ਦੇ ਚਿਹਰੇ ਏਅਰਪੋਰਟ ਦੇ ਉੱਤੇ ਪਹਿਲੀ ਵਾਰੀ ਵੀ ਹਰ ਕੋਈ ਹੱਸੂ ਖਿੜੂ ਕਰੇ,
ਅਸੀਂ ਸਮਾਨ ਲਈ ਵੇਟ ਕਰ ਰਹੇ ਹਾਂ। ਪਹਿਲੀ ਵਾਰੀ ਜਿਹੜਾ ਕੈਨੇਡਾ ਆਉਂਦਾ ਉਹਨੂੰ ਪਤਾ ਵੀ ਉਹ ਤੁਹਾਡੇ 1-2 ਘੰਟੇ ਲੱਗਣਗੇ। ਤੇ ਜਿਹੜੇ ਸ਼ਖਸ ਨੇ, ਜਿਹੜਾ ਪੋਰਟਰ ਸੀਗਾ ਜਿਹਨੇ ਸਾਡੀ ਹੈਲਪ ਕੀਤੀ, ਕਿਉਂਕਿ ਸਮਾਨ ਬਹੁਤ ਜ਼ਿਆਦਾ ਸੀ, ਉਹ ਟਰਾਲੀ 'ਚ ਆਉਣਾ ਨਹੀਂ, ਤੇ ਉਹ ਬੰਦਾ ਆ ਕੇ ਸਾਨੂੰ ਪੁੱਛ ਰਿਹਾ ਵੀ ਮੈਂ ਤੁਹਾਡੀ ਹੈਲਪ ਕਰ ਦਿਆਂਗਾ। ਪਹਿਲਾਂ ਮੈਂ ਨਾ ਨੁੱਕਰ ਕਰਦਾ ਰਿਹਾ ਵੀ ਮੈਂ ਇਕੱਲਾ ਡੀਲ ਕਰ ਲਾਂਗਾ, ਪਰ ਉਹ ਸ਼ਖਸ ਜਿਹੜਾ ਸਾਡਾ ਜ਼ਿੰਦਗੀ ਦਾ ਪਹਿਲਾ ਮੈਂਟਰ ਰਿਹਾ, ਉਹ ਇਸ ਕਰਕੇ ਕਿਉਂਕਿ ਉਹਦੀ ਜਿਹੜੀ ਉਹਦੀ ਬੋਲ ਬਾਣੀ ਸੀ, ਜਿਸ ਤਰੀਕੇ ਨਾਲ ਸਾਨੂੰ ਉਹਨੇ ਵੈਲਕਮ ਕੀਤਾ, ਜਿਸ ਖਿੜੇ ਮੱਥੇ ਉਹ ਸਾਰਾ ਟਾਈਮ ਸਾਡੇ ਨਾਲ ਰਿਹਾ, ਉਹਨੇ ਮੈਨੂੰ ਇੱਕ ਚੀਜ਼ ਦੱਸੀ ਵੀ ਮੈਂ ਕਿਸੇ ਉਸ ਦੇਸ਼, ਸੋਹਣੇ ਦੇਸ਼ 'ਚ ਆ ਗਿਆ ਜਿਹੜਾ ਕਿ ਮੈਂ ਹਮੇਸ਼ਾ ਡਰੀਮ ਕਰਦਾ ਸੀ, ਵੀ ਜਿੱਥੇ ਲੋਕ ਇੱਕ ਦੂਜੇ ਨੂੰ ਪਿਆਰ ਨਾਲ ਦੇਖਣ, ਮਿਲਣ। ਤੇ ਔਰ ਉਹ ਸਟ੍ਰੇਂਜਰ ਨੇ ਇੰਨੀ ਹੈਲਪ ਕੀਤੀ ਵੀ ਮੈਂ ਇੰਨਾ ਖੁਸ਼ ਸੀਗਾ। ਇਸ ਵੇਲੇ ਮੈਂ ਐਕਚੁਅਲੀ ਆਪਣੇ ਹੱਥ ਦੇ ਵਿੱਚ ਉਹ ਪਿਕਚਰ ਹੋਲਡ ਕੀਤੀ ਹੈ ਵੀ ਉਹ ਐਗਜ਼ਿਟ ਡੋਰ ਦੇ, ਟੋਰਾਂਟੋ ਪੀਅਰਸਨ ਐਗਜ਼ਿਟ ਡੋਰ ਦੇ ਉੱਤੇ ਉਹ ਫੋਟੋ ਹੈ। ਉਸ ਬੰਦੇ ਨੇ ਮੇਰੀ ਟਰਾਲੀ ਨੂੰ ਹੱਥ ਪਾਇਆ ਤੇ ਮੇਰੀ ਵਾਈਫ ਤੇ ਮੇਰੀ ਬੇਟੀ ਜਿਹੜੀ ਉਦੋਂ 17-18 ਮਹੀਨਿਆਂ ਦੀ ਸੀ, ਉਹਨੂੰ ਗੋਦੀ ਚੁੱਕਿਆ ਹੋਇਆ। ਤੇ ਮੈਂ ਇੰਨਾ ਖੁਸ਼ ਸੀਗਾ, ਮੇਰੀ ਫੋਟੋ ਆਵੇ ਨਾ ਆਵੇ, ਮੈਂ ਇਸ ਬੰਦੇ ਦੀ ਫੋਟੋ ਖਿੱਚਣੀ ਹੈ ਵੀ ਭਾਈ ਤੈਨੂੰ ਜ਼ਿੰਦਗੀ 'ਚ ਕਦੀ ਦੁਬਾਰ ਤੋਂ ਮਿਲਿਆ ਵੀ ਤੇਰੇ ਪੈਰੀ ਹੱਥ ਲਾ ਕੇ ਤੇਰਾ ਮੈਂ ਥੈਂਕ ਯੂ ਜ਼ਰੂਰ ਕਰਨਾ। ਕਦੀ ਮਿਲੇ ਉਹਨੂੰ ਦੁਬਾਰਾ? ਉਹ ਸੱਚ ਮੇਰੀ ਮਨਪ੍ਰੀਤ ਜੀ ਹਜੇ ਤੱਕ ਜਾਰੀ ਆ। ਮੈਂ ਇਨਫੈਕਟ ਕਿ ਜਿਹੜੀ GTA ਦੇ ਕਾਫੀ ਉੱਚੇ ਅਹੁਦੇ ਤਾਰਾਂ ਤੱਕ ਵੀ ਪਹੁੰਚ ਚੁੱਕਾ ਵੀ ਮੈਨੂੰ ਇਹ ਬੰਦਾ ਲੱਭ ਕੇ ਦਿਓ, ਹਜੇ ਤੱਕ ਮੈਨੂੰ ਲੱਭਿਆ ਨਹੀਂ। ਪਰ ਮੈਂ ਉਹਦੀ ਇਹ ਯਾਦ ਤੇ ਜਿਹੜੀ ਸਲਿੱਪ ਦੇ ਉੱਤੇ ਉਹਨੇ ਆਪਣੇ ਸਾਈਨ ਕੀਤੇ ਸੀ ਨਾ, ਪੋਰਟਰ ਰਸੀਟ ਤੁਹਾਨੂੰ ਮਿਲਦੀ ਆ, ਉਹ ਮੈਂ ਸਾਂਭ ਕੇ ਰੱਖੀ। ਔਰ ਉਹ ਇਸੇ ਕਰਕੇ ਸਾਂਭ ਕੇ ਰੱਖੀ ਵੀ ਇੱਕ ਉਹ ਯਾਦ ਮੇਰੀ ਰਵੇ ਕਿ ਮੈਨੂੰ ਇਹ ਦਿਨ ਕਦੀ ਨਾ ਭੁੱਲੇ ਵੀ ਮੈਂ ਜਦੋਂ ਆਪਣੀ ਜਨਮ ਭੂਮੀ ਛੱਡ ਕੇ ਉਸ ਭੂਮੀ ਤੇ ਜਿਹੜੀ ਮੇਰੀ ਕਰਮ ਭੂਮੀ ਬਣਨ ਜਾ ਰਹੀ ਹੈ, ਜਿਹੜਾ ਮੇਰਾ ਘਰ ਦੂਜਾ ਬਣਨ ਜਾ ਰਿਹਾ, ਉਹੋ ਜਿਹੇ ਲੋਕਾਂ ਨੂੰ ਜਿਹੜੇ ਮੈਂ ਸ਼ੁਰੂ 'ਚ ਮਿਲਿਆ ਮੈਂ ਕਦੀ ਭੁੱਲਾਂ ਨਾ। ਐਂਡ ਇੰਟਰਸਟਿੰਗ ਇਨਫ ਉਹ ਜਿਹੜੀ ਪੋਰਟਰ ਦੀ ਰਸੀਟ ਹੈ, ਜਦੋਂ ਕੈਨੇਡਾ ਨੇ 150th ਆਪਣੀ ਬਰਥਡੇ ਦੀ ਸੈਲੀਬ੍ਰੇਸ਼ਨ ਕੀਤੀ, ਉਹ ਇੱਕ ਐਗਜ਼ੀਬਿਸ਼ਨ ਦਾ ਹਿੱਸਾ ਬਣਿਆ। ਉਹ ਟਿਕਟ ਜਿਹੜੀ ਰਸੀਟ ਪੋਰਟਰ ਦੀ ਸੀਗੀ, ਉਹ ਤੇ ਉਹ ਫੋਟੋ ਵੀ ਇੱਕ ਉਸ ਐਗਜ਼ੀਬਿਸ਼ਨ ਦਾ ਹਿੱਸਾ ਬਣਿਆ। ਉਸ ਤੋਂ ਬਾਅਦ ਤਾਂ ਸਿੰਪਲੀ ਤੁਹਾਡੀ ਜ਼ਿੰਦਗੀ, ਤੁਹਾਨੂੰ ਪਤਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਇੱਕ ਸੁਪਨੇ ਤੋਂ ਤੁਹਾਨੂੰ ਕੋਈ ਹਲੂਣਾ ਦੇ ਦਿੰਦਾ ਤੇ ਉਹ ਹਲੂਣਾ ਤੁਹਾਨੂੰ ਦੇ ਜਾਂਦਾ। ਉਹ ਹਲੂਣਾ ਇਹ ਹੁੰਦਾ ਵੀ ਇੱਕ ਬਿਲਕੁਲ ਸਟ੍ਰੇਂਜ ਕੰਟਰੀ ਹੈ, ਤੁਸੀਂ ਬਿਲਕੁਲ ਸਕ੍ਰੈਚ ਤੋਂ ਸਟਾਰਟ ਕਰਨਾ ਹੈ। ਅਗਲੇ ਸੈਗਮੈਂਟ ਦੇ ਵਿੱਚ ਮੈਂ ਜ਼ਰੂਰ ਸਰੋਤਿਆਂ ਨਾਲ ਦੱਸਾਂਗਾ ਵੀ ਉਹ ਵਲਵਲੇ, ਉਹ ਖੌਫ ਜਿਹੜਾ ਤੁਹਾਡੇ ਜ਼ਿੰਦਗੀ 'ਚ ਹੁੰਦਾ ਹੈ, ਉਹ ਮੇਰਾ ਪਹਿਲਾ ਖੌਫ ਕੀ ਸੀ, ਮੈਂ ਉਸ ਖੌਫ ਨੂੰ ਕਿੱਦਾਂ ਆਏ ਓਵਰਕੇਮ ਦੈਟ ਫੀਅਰ ਆਲਸੋ। ਆਪਾਂ ਤੁਹਾਡੇ ਸਰੋਤਿਆਂ ਨਾਲ ਅਗਲੇ ਸੈਗਮੈਂਟ ਦੇ ਵਿੱਚ ਵੀ ਸ਼ੇਅਰ ਕਰਾਂਗੇ। ਜੀ, ਇੱਕ ਮੈਸੇਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਇੱਕ ਬੜੇ ਪਿਆਰੇ ਨਾਮ ਵਾਲੀ ਲਿਸਨਰ ਨੇ ਸਾਨੂੰ ਮੈਸੇਜ ਕੀਤਾ। ਪਿਆਰਾ ਨਾਮ ਹੈ ਮਨਪ੍ਰੀਤ ਕੌਰ। ਨਾਮ ਤਾਂ ਪਿਆਰਾ ਹੀ ਹੋਣਾ ਕਿਉਂਕਿ ਮੈਨੂੰ ਆਪ ਨੂੰ ਇਹ ਨਾਮ ਪਸੰਦ ਹੈ। ਅਤੇ ਮਨਪ੍ਰੀਤ ਹੋਰੀ ਕਹਿੰਦੇ ਨੇ ਕਿ ਮੈਨੂੰ ਪ੍ਰੋਗਰਾਮ ਬੜਾ ਚੰਗਾ ਲੱਗਦਾ, ਪਰ ਨਾਲ ਹੀ ਉਹ ਵੀ ਕਹਿੰਦੇ ਨੇ ਕਿ ਮੈਂ ਕਹਿੰਦੇ ਇਸ ਵੇਲੇ ਗਰੋਸਰੀ ਸ਼ਾਪਿੰਗ ਕਰ ਰਹੀ ਹਾਂ, ਪਰ ਮੈਂ ਸੁਣ ਰਹੀ ਹਾਂ ਸੁਖਜੀਤ ਹੋਰਾਂ ਦੇ ਇਸ ਜਰਨੀ ਨੂੰ। ਉਹਨਾਂ ਦੇ ਮੈਂਟਰ ਨੇ ਸੁਖਜੀਤ ਹੋਰੀ, ਔਰ ਉਹ ਕਹਿੰਦੇ ਨੇ ਕਿ ਸੁਖਜੀਤ ਬਹੁਤ ਪਿਆਰੀ ਆਤਮਾ ਦੇ ਮਾਲਕ ਨੇ। ਹੀ ਇਜ਼ ਮਾਈ ਗਾਈਡਿੰਗ ਲਾਈਟ। ਕਹਿੰਦੇ ਕਿ ਉਹਨਾਂ ਨੂੰ ਮੈਂ ਸੈਂਟਰ ਫॉर ਐਜੂਕੇਸ਼ਨ ਵਿੱਚ ਹੀ ਮਿਲੀ ਸੀ, ਪਰ ਉਹਨਾਂ ਨੇ ਮੈਨੂੰ ਗਾਈਡ ਇਸ ਤਰੀਕੇ ਨਾਲ ਕੀਤਾ ਹੈ ਕਿ ਮੈਂ ਆਪਣੀ ਪਹਿਲੀ ਜੌਬ ਐਜ਼ ਅ ਕਾਲਜ ਇੰਸਟਰਕਟਰ ਹੀ ਸ਼ੁਰੂ ਕੀਤੀ ਹੈ, ਅਤੇ ਮੇਰੀ ਸਫਲਤਾ ਉਹਨਾਂ ਦੇ ਕਰਕੇ ਹੈ। ਜਿਹੜੇ ਸਾਡੇ ਸਾਥੀ ਹੁਣੇ ਕਿਤੇ ਟਿਊਨ ਇਨ ਕੀਤੇ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਰਦਾਰ ਸੁਖਜੀਤ ਸਿੰਘ ਕੌਣ ਨੇ, ਸੈਂਟਰ ਫॉर ਐਜੂਕੇਸ਼ਨ ਦੇ ਵਿੱਚ ਇਹ ਗਾਈਡ ਕਰਦੇ ਨੇ ਐਜ਼ ਅ ਕੋਆਰਡੀਨੇਟਰ, ਕਿਉਂਕਿ ਇਹ ਇੱਕ ਨੋਨ ਪ੍ਰੋਫਿਟ ਹੈ। ਇਹਦੇ ਵਿੱਚ ਨਿਊ ਕਮਰਸ ਆਉਂਦੇ ਨੇ। ਨਿਊ ਕਮਰਸ ਨੂੰ ਬਾਜ਼ ਦਫਾ ਬਹੁਤ ਮਦਦ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰੀ ਸਿਰਫ ਇਸੇ ਮਦਦ ਦੀ ਜ਼ਰੂਰਤ ਹੁੰਦੀ ਹੈ ਕਿ ਜਿਸ ਡਰ ਦਾ ਸੁਖਜੀਤ ਹੋਰਾਂ ਨੇ ਜ਼ਿਕਰ ਕੀਤਾ, ਉਹੀ ਡਰ ਕੋਈ ਦੂਰ ਕਰ ਦੇਵੇ। ਸੋ ਸੁਖਜੀਤ ਦਾ ਰੋਲ ਉੱਥੋਂ ਸ਼ੁਰੂ ਨਹੀਂ ਹੁੰਦਾ, ਨਾ ਹੀ ਉੱਥੇ ਖ਼ਤਮ ਹੁੰਦਾ, ਪਰ ਇਹ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਕਈ ਲੋਕਾਂ ਦੀ ਜ਼ਿੰਦਗੀ 'ਚ ਇਹਨਾਂ ਨੇ ਚੇਂਜ ਵੀ ਲਿਆਂਦੀ ਹੈ, ਅਤੇ ਉਹਦੇ ਵਿੱਚ ਇਹਨਾਂ ਨੇ ਮਦਦ ਵੀ ਕੀਤੀ ਹੈ ਕਿ ਕੈਨੇਡਾ ਆ ਕੇ ਆਪਣੀ ਡਰੀਮ ਨੂੰ ਤੁਸੀਂ ਰੀਅਲਾਈਜ਼ ਕਰਨਾ ਹੈ ਤਾਂ ਕਿਵੇਂ ਕਰਨਾ ਹੈ। ਜਦੋਂ ਮੈਂ ਡਰੀਮ ਦਾ ਜ਼ਿਕਰ ਕਰਦੀ ਹਾਂ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਾਇਆ ਕਿੱਦਾਂ ਜ਼ਿਆਦਾ ਕਮਾ ਸਕਦੇ ਹੋ। ਕਿਸੇ ਵੀ ਜ਼ਿੰਦਗੀ ਨੂੰ ਅਸੀਂ ਅੱਧੇ ਪੌਣੇ ਘੰਟੇ 'ਚ ਅਗਰ ਸੀਮਤ ਕਰਨ ਦਾ ਸੋਚੀਏ ਤਾਂ ਬੜੀ ਵੱਡੀ ਨਾਇਨਸਾਫੀ ਹੁੰਦੀ ਹੈ। ਅਤੇ ਜਦੋਂ ਉਸ ਜ਼ਿੰਦਗੀ ਦੇ ਵਿੱਚ 2-3 ਮੁਲਕ ਵੀ ਸ਼ਾਮਲ ਹੋਣ ਅਤੇ ਉਹਨਾਂ ਦੇ ਵਿੱਚ ਸਿੱਖੇ ਹੋਏ ਸਬਕ ਵੀ ਸ਼ਾਮਲ ਹੋਣ, ਫਿਰ ਤਾਂ ਹੋਰ ਵੀ ਔਖਾ ਹੋ ਜਾਂਦਾ। ਸੋ ਸੁਖਜੀਤ ਹੋਰਾਂ ਦੀ ਜ਼ਿੰਦਗੀ ਵੀ ਕੁਝ ਅਜਿਹੀ ਹੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ ਕਿਹੋ ਜਿਹੇ ਕੰਮ ਕੀਤੇ, ਕੀ ਉਹਨਾਂ ਨੇ ਸਿੱਖਿਆ ਤੇ ਕਿਵੇਂ ਦੀ ਉਹਨਾਂ ਦੀ ਜਰਨੀ ਰਹੀ। ਜੀ ਸੁਖਜੀਤ ਜੀ, ਮੈਂ ਬੜਾ ਐਕਸਾਈਟਿਡ ਹਾਂ ਜਦੋਂ ਮੈਂ ਸਾਰੀ ਸਟੋਰੀ ਸ਼ੇਅਰ ਕਰ ਰਿਹਾ, ਔਰ ਤੁਸੀਂ ਯੂ ਆਰ ਰਾਈਟ ਕਿ ਇਹ ਸਾਰਾ ਕੁਝ ਸਮੇਟਣਾ ਔਖਾ ਹੈ ਜੀ। ਮੈਂ ਉੱਥੋਂ ਸ਼ੁਰੂ ਕਰਾਂਗਾ ਜੀ। ਇੱਕ ਸਟਰਗਲ ਆਮ ਇਮੀਗ੍ਰੈਂਟ ਦੀ, ਮੈਂ ਵੀ ਉਸੇ ਚੋਂ ਲੰਘਿਆ ਤੇ ਇੱਧਰੋਂ ਉੱਧਰੋਂ ਕੁਝ ਪ੍ਰੋਗਰਾਮ ਜੁਆਇਨ ਕੀਤੇ, ਬੜਾ ਕੁਝ ਸਿੱਖਿਆ। ਇੱਕ ਨਾਮ ਬੜਾ ਵਿੱਚ ਆਉਂਦਾ ਸੀ ਵਾਲੰਟੀਅਰ ਵਰਕ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਪਰ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਚੀਜ਼ ਦੱਸਣਾ ਚਾਹਾਂਗਾ। ਜਿਹੜਾ ਡਰ ਹੁੰਦਾ ਹੈ ਨਾ, ਡਰ ਆਫ ਅਨਨੋਨ, ਜਿਹੜੀ ਅਗਿਆਤ ਚੀਜ਼ ਆ,
ਮੇਰਾ ਪਹਿਲਾ ਡਰ ਇੱਥੇ ਸੀਗਾ ਮੈਂ ਬੱਸ 'ਚ ਕਿੱਦਾਂ ਚੜ੍ਹਨਾ। ਬਿਲੀਵ ਇਟ ਔਰ ਨਾਟ, ਲੋਕੀ ਹੱਸਣਗੇ ਵੀ, ਪਰ ਮੈਂ ਬੜਾ ਓਪਨਲੀ ਇਹਨੂੰ ਦੱਸਦਾ ਹੁੰਦਾ। ਮੈਨੂੰ ਇਹ ਡਰ ਤਾਂ ਪਿਆ ਕਿਉਂਕਿ ਆਉਣ ਤੋਂ ਪਹਿਲਾਂ ਕੈਨੇਡਾ ਨਾ ਇੱਕ ਕਾਰ ਦੀ ਬੜੀ ਭੈੜੀ ਆਦਤ ਸੀਗੀ, ਔਰ ਉੱਤੋਂ ਤੁਸੀਂ ਜੇ ਪਿਛੋਕੜ ਤੁਹਾਡਾ ਇਦਾਂ ਦਾ ਹੋਵੇ, ਤੁਸੀਂ ਬੱਸ ਟਰੈਵਲ ਜ਼ਰੂਰ ਕੀਤਾ ਬਟ ਵੈਰੀ ਲਿਮਿਟਡ। ਸਕੂਲਾਂ ਕਾਲਜਾਂ ਦੇ ਅਸੀਂ ਬੱਸਾਂ 'ਚ ਹੀ ਜਾਂਦੇ ਰਹੇ, ਪਰ ਇੱਕ ਨਾ ਲਗਜ਼ਰੀ ਜੀ ਲਾਈਫ ਤੋਂ ਨਿਕਲ ਕੇ ਤੁਹਾਨੂੰ ਜਦੋਂ ਲੱਤਾਂ ਮਾਰ ਕੇ ਤੁਰ ਕੇ ਕਿਤੇ ਜਾਣਾ, ਤੇ ਮੈਨੂੰ ਅੱਛਾ ਦੂਜਾ ਮੈਨੂੰ ਆਪਣੇ ਆਪ ਤੇ ਡਾਊਟ ਇਹ ਹੋ ਗਿਆ ਲੋਕਾਂ ਦੀਆਂ ਕਹਾਣੀਆਂ ਸੁਣ ਕੇ ਵੀ ਮੈਂ ਇੰਗਲਿਸ਼ ਬੋਲ ਪਾਊਂਗਾ ਕਿ ਨਹੀਂ ਬੋਲ ਪਾਊਂਗਾ। ਹਾਲਾਂਕਿ ਉਸ ਯੂਨੀਵਰਸਿਟੀ 'ਚ ਮੈਂ ਇੰਗਲਿਸ਼ ਹੀ ਬੋਲਦਾ ਸੀ, ਔਰ ਉਹ ਕੋਈ ਪਰ ਡਰ ਜਦੋਂ ਬੈਠ ਜਾਵੇ ਨਾ, ਸੋ ਉਹ ਡਰ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਮਤਲਬ ਇਸ ਸਾਰੇ ਸਿਨੈਰੀਓ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹੈਲਪ ਹਜੇ ਤੱਕ ਜਿਹੜੀ ਹੈਲਪ ਹੈ ਉਹ ਮੇਰੇ ਵਾਈਫ ਦਮਨ ਦੀ ਹੈ। ਉਹ ਉਹਨਾਂ ਨੇ ਨਾ ਆਪਣੀ ਚੀਜ਼ ਨੂੰ ਸਾਈਡ ਤੇ ਰੱਖ ਕੇ ਪਹਿਲਾਂ ਉਹਨਾਂ ਨੇ ਸਿਰਫ ਇਹੀ ਮੈਨੂੰ ਸ਼ੁਰੂ ਤੋਂ ਹੀ ਕਿਹਾ ਵੀ ਭਾਈ ਵੀ ਇੰਨੇ ਵੱਡੇ ਰਿਸਕ ਲਿੱਤੇ ਹੋਏ ਨੇ ਵੀ ਬੱਸ ਬੁੱਸ ਚੜ੍ਹਨ ਵਾਲੇ ਰਿਸਕ ਤਾਂ ਕੋਈ ਨਹੀਂ, ਪਰ ਜਿੱਦਣ ਮੈਂ ਉਹ ਬੱਸ ਚੜ੍ਹ ਕੇ ਪੁਆਇੰਟ A to ਪੁਆਇੰਟ B ਜਾ ਕੇ ਮੈਂ ਵਾਪਸ ਆਇਆ ਨਾ, ਉਹ ਮੇਰੀ ਜ਼ਿੰਦਗੀ ਦੀ ਪਹਿਲੀ ਸਕਸੈਸ ਸੀ। ਦੂਜੀ ਸਕਸੈਸ ਮੇਰੀ ਇਹ ਸੀ ਵੀ ਮੈਨੂੰ ਬਹੁਤ ਮੈਂ ਵਰਕਸ਼ਾਪਾਂ ਅਟੈਂਡ ਕੀਤੀਆਂ, ਮੈਨੂੰ ਨਾ ਹਰ ਇੱਕ ਦੇ ਵਿੱਚੋਂ ਇੱਕ ਮੈਸੇਜ ਨਿਕਲਦਾ ਸੀ ਵੀ ਇੱਥੇ ਨੈਟਵਰਕਿੰਗ ਤੇ ਵੋਲੰਟੀਅਰ ਵਰਕ ਦੀ ਬੜੀ ਇੰਪੋਰਟੈਂਸ ਹੈ। ਤੇ ਨੈਟਵਰਕਿੰਗ ਦਾ ਤਾਂ ਮੈਨੂੰ ਇੱਲ ਦਾ ਕੋਕੋ ਜਿਹਨੂੰ ਪੰਜਾਬੀ 'ਚ ਉਹ ਨਹੀਂ ਪਤਾ ਕੌਣ ਨੈਟਵਰਕਿੰਗ ਕਿਹਨੇ ਕੀਤੀ ਪਹਿਲਾਂ, ਉਹ ਬਾਅਦ 'ਚ ਆਇਆ। ਪਰ ਪਹਿਲਾਂ ਮੈਂ ਕਿਹਾ ਵੀ ਇਹ ਵੋਲੰਟੀਅਰ ਚੀਜ਼ ਕੀ ਹੈ, ਵੀ ਵੋਲੰਟੀਅਰ ਦਾ ਮਤਲਬ ਹੁੰਦਾ ਸੇਵਾ, ਤੇ ਸੇਵਾ ਤਾਂ ਆਪਾਂ ਜਾਣੇ ਅਣਜਾਣੇ ਜਿਹੜਾ ਬੰਦਾ ਉਸ ਪਵਿੱਤਰ ਧਰਤੀ ਤੇ ਪੈਦਾ ਹੋਇਆ ਪੰਜਾਬ ਵਰਗੀ ਦੇ ਵਿੱਚ, ਉਹਨੂੰ ਤਾਂ ਸੇਵਾ ਤਾਂ ਪਤਾ ਹੀ ਹੈ ਵੀ ਘਰ ਦੇ ਕਦੀ ਕੰਨ ਫੜ ਕੇ ਕਹਿੰਦੇ ਵੀ ਲੰਗਰ ਵਰਤਾ ਜਾਂ ਛਬੀਲ 'ਚ ਪਾਣੀ ਦੇ, ਤੇ ਵੀ ਇਹ ਕਿਹੜੀ ਵੱਡੀ ਚੀਜ਼ ਹੋਈ। ਪਰ ਉਹਦੇ ਵਿੱਚ ਜਦੋਂ ਮੈਂ ਕੁੱਦਣ ਤੋਂ ਪਹਿਲਾਂ ਲੋਕਾਂ ਨਾਲ ਸਲਾਹ ਕੀਤੀ ਨਾ, ਬੜਾ ਮੈਨੂੰ ਮਿਕਸਚਰ ਰਿਸਪੌਂਸ ਮਿਲਿਆ ਵੀ ਇੱਥੇ ਇਦਾਂ ਹੀ ਫ੍ਰੀ 'ਚ ਕੰਮ ਕਰਾਉਂਦੇ ਨੇ, ਕੁਛ ਨਹੀਂ ਦੇਣਾ ਇਹਨਾਂ ਨੇ। ਪਰ ਮੈਂ ਵਾਰ-ਵਾਰ ਇੱਕ ਚੀਜ਼ ਸੁਣਦਾ ਸੀ, ਜਿਹੜੇ ਇੱਥੋਂ ਦੇ ਮੇਨ ਸਟ੍ਰੀਮ ਦੇ ਜਿਹੜੇ ਲੋਕੀ ਸੀ ਨਾ, ਵੀ ਭਾਈ ਇਟ ਡਜ਼ ਬ੍ਰਿੰਗ ਸਮ ਵੈਲਿਊ, ਕੁਛ ਨਾ ਕੁਛ ਜ਼ਰੂਰ ਹੈ। ਮੈਂ ਉਹਦੇ 'ਚ ਕੁੱਦ ਗਿਆ, ਉੱਥੋਂ ਮੇਰੀ ਜ਼ਿੰਦਗੀ ਸਟਾਰਟ ਹੋਈ, ਕਿਉਂਕਿ ਉੱਥੋਂ ਹੀ ਮੈਂ ਆਪਣੇ ਆਪ ਨੂੰ ਰੀਅਲ ਮੀ ਮੈਂ ਜੋ ਕਹਿਣਾ ਡਿਸਕਵਰ ਕੀਤਾ ਕਿ ਭਾਈ ਤੇਰਾ ਪਾਸਟ ਇਜ਼ ਪਾਸਟ ਬਟ ਦਿਸ ਇਜ਼ ਯੋਰ ਨਿਊ ਸਟਾਰਟ। ਕੁਛ ਇਹੋ ਜਿਹਾ ਕਰ ਵੀ ਤੇਰੀ ਇੱਕ ਇਹੋ ਜਿਹੀ ਪਛਾਣ ਬਣੇ। ਉਹ ਚੀਜ਼ ਨੇ ਮੇਰੀ ਜ਼ਿੰਦਗੀ 'ਚ ਬੜਾ ਵੱਡਾ ਮੋੜ ਲਿਆਂਦਾ, ਔਰ ਜਿਉਂ ਹੀ ਮੈਂ ਇਸ ਚੀਜ਼ 'ਚ ਕੁੱਦਿਆ, ਔਰ ਜਿਹੜਾ ਕਿ ਹਜੇ ਤੱਕ ਮੈਂ ਐਜ਼ ਅ ਵੋਲੰਟੀਅਰ ਕਾਫੀ ਸੰਸਥਾਵਾਂ ਨਾਲ ਜੁੜਿਆ ਹੋਇਆ, ਪਰ ਉਸ ਨੇ ਮੈਨੂੰ ਮੇਰੀ ਪਛਾਣ ਬਣਾਉਣ 'ਚ ਬਹੁਤ ਹੈਲਪ ਕੀਤੀ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਮੈਂ ਉਹਨੂੰ ਇੱਕ ਸਿੰਗਲ ਇੰਗਲਿਸ਼ ਵਰਡ ਦੇ ਵਿੱਚ ਇੱਕ ਲਾਈਨ 'ਚ ਕਹਿਣਾ, ਹਾਊ ਟੂ ਡੂ ਥਿੰਗਸ ਇਨ ਅ ਕੈਨੇਡੀਅਨ ਵੇ। ਉਹ ਜਿਹੜੀ ਸਭ ਤੋਂ ਵੱਡੀ ਸਿੱਖਿਆ ਜਿਹੜੀ ਮੈਨੂੰ ਹੁਣ ਤੱਕ ਮਿਲਦੀ ਹੈ, ਉਹ ਮੇਰੇ ਵੋਲੰਟੀਅਰ ਵਰਕ ਦੇ ਥਰੂ ਮਿਲੀ ਹੈ। ਔਰ ਜੋ ਵੀ ਅੱਜ ਦੀਆਂ ਪ੍ਰਾਪਤੀਆਂ ਮੇਰੀਆਂ ਸਾਰੀਆਂ ਮੈਂ ਡੈਡੀਕੇਟ ਡੈਫੀਨੇਟਲੀ ਆਪਣੇ ਪਰਿਵਾਰ ਦੀ ਹੈਲਪ, ਡੈਫੀਨੇਟਲੀ ਸਭ ਤੋਂ ਇਮੀਡੀਏਟ ਮੇਰੀ ਵਾਈਫ ਤੇ ਮੇਰੀ ਬੇਟੀ ਹੈ, ਤੇ ਉਹ ਇੱਕ ਸਕੂਲ 'ਚ ਟੀਚਰ ਨੇ, ਉਹਨੂੰ ਜਾਂਦੀ ਹੈ, ਕਿਉਂਕਿ ਦਮਨ ਨੇ ਆਪਣੇ ਪ੍ਰੋਫੈਸ਼ਨ ਨੂੰ ਬੈਕ ਟਰੈਕ ਤੇ ਰੱਖ ਕੇ ਮੈਨੂੰ ਅੱਗੇ ਕਰਕੇ ਵੀ ਤੁਸੀਂ ਪਹਿਲਾਂ ਆਪਣਾ ਅਚੀਵ ਕਰੋ, ਜੋ ਕਰਨਾ ਮੈਂ ਪੜ੍ਹਾ ਲੂੰਗੀ, ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਔਰ ਯਕੀਨ ਮੰਨਿਓ, ਜਿੱਦਣ ਉਹਨੇ ਘਰੋਂ ਬਾਹਰ ਪੈਰ ਰੱਖਿਆ ਵੀ ਮੈਂ ਅੱਜ ਟੀਚਰ ਦੀ ਜਰਨੀ ਸਟਾਰਟ, ਆਫਕੋਰਸ ਤੁਸੀਂ ਲਾਇਸੈਂਸ ਲੈਣਾ, ਉਹ ਸਭ ਕੁਝ ਪ੍ਰੋਸੈਸ ਹੋ ਗਿਆ। ਜਿੱਦਣ ਉਹਨੇ ਘਰੋਂ ਬਾਹਰ ਪੈਰ ਰੱਖਿਆ, ਜਦੋਂ ਉਹਨੇ ਕਿਹਾ ਵੀ ਚਲੋ ਹੁਣ ਆਪਣਾ ਪਰਿਵਾਰ ਸਟੇਬਲ ਹੋ ਗਿਆ, ਉਦੋਂ ਉਹ ਟੀਚਰ ਨੇ ਤੇ ਉਹ ਟੀਚਰ ਦਾ ਕੰਮ ਕਰਨਾ। ਮੇਰੀ ਸੋਰਸ ਆਫ ਇੰਸਪੀਰੇਸ਼ਨ ਵੀ ਉਹ ਨੇ। ਆਫਕੋਰਸ ਤੁਹਾਡਾ ਪਿਛੋਕੜ, ਤੁਹਾਡਾ ਪਰਿਵਾਰ, ਤੁਹਾਡੇ ਮਾਪਿਓ, ਤੁਹਾਡੇ ਹੋਰ ਰਿਸ਼ਤੇਦਾਰ ਜੋ ਵੀ ਤੁਹਾਡੇ ਜ਼ਿੰਦਗੀ 'ਚ ਨੇ, ਉਹ ਇੰਸਪੀਰੇਸ਼ਨ ਜ਼ਰੂਰ ਚਾਹੀਦੀ ਹੈ। ਔਰ ਮੈਂ ਬੜਾ ਹੀ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਉਹਦੇ ਵਿੱਚ ਮੈਂ ਥੋੜ੍ਹਾ ਨਹੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਭਾਗਿਆਸ਼ਾਲੀ, ਆਪਣੇ ਆਪ ਨੂੰ ਲੱਕੀ ਕਹਾਂਗਾ। ਵਰਡ ਮੈਂ ਲੱਕੀ ਯੂਜ਼ ਨਹੀਂ ਕਰਦਾ, ਬਟ ਉਸ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ। ਔਰ ਉਹ ਮੇਰੀ ਪਹਿਲੀ ਨਾਨ ਪ੍ਰੋਫਿਟ ਜੌਬ ਹੀ ਮੇਰੇ ਵੋਲੰਟੀਅਰ ਵਰਕ ਦੇ ਥਰੂ ਆਈ, ਤੇ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ, ਔਰ ਅੱਗੇ ਵੱਧਦਾ ਗਿਆ। ਔਰ ਪਰਮਾਤਮਾ ਨੇ ਵੀ, ਮੇਰਾ ਪਰਿਵਾਰ ਨੇ ਸਾਥ ਦਿੱਤਾ, ਪਰਮਾਤਮਾ ਨੇ, ਤੇ ਜਿਹੜੇ ਸਰੋਤੇ ਜਿੱਦਾਂ ਹੁਣ ਮਨਪ੍ਰੀਤ ਨੇ ਮੈਸੇਜ ਕੀਤਾ, ਉਹੋ ਜਿਹੇ ਲੋਕ ਜਿਹੜੇ ਇੱਕ ਚੀਜ਼ 'ਚ ਬਿਲੀਵ ਕਰਦੇ ਨੇ, ਐਂਡ ਮੈਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ। ਜਦੋਂ ਕੋਈ ਮੈਨੂੰ ਕਹਿ ਦੇਵੇ ਮੈਨੂੰ ਹੈਲਪ ਦੀ ਲੋੜ ਹੈ, ਔਰ ਮੈਨੂੰ ਇਹ ਪਤਾ ਲੱਗ ਜਾਵੇ ਹੈਲਪ ਲੈਣ ਲਈ ਤਿਆਰ ਹੈ, ਮੈਂ ਫਿਰ ਆਪਣਾ ਪੂਰੀ ਤਰ੍ਹਾਂ ਅੱਗ ਝੋਕ ਦਿੰਦਾ ਉਸ ਚੀਜ਼ ਨੂੰ, ਉਸ ਸ਼ਖਸ ਦੀ ਹੈਲਪ ਕਰਨ ਦੇ ਵਿੱਚ ਜੀ। ਸੋ ਇਹ ਇੱਥੋਂ ਤੱਕ ਮੇਰੀ ਕਹਾਣੀ ਚੱਲਦੀ ਹੈ। ਔਰ ਬਹੁਤ ਸੰਸਥਾਵਾਂ ਨਾਲ ਮੈਂ ਕੰਮ ਕੀਤਾ, ਮੈਨੂੰ ਮੌਕਾ ਮਿਲਿਆ ਕਾਫੀ ਨਾਨ ਪ੍ਰੋਫਿਟ ਨਾਲ ਕੰਮ ਕਰਨ ਦਾ। ਮੇਰੀ ਪਹਿਲੀ ਨੌਕਰੀ ਫੀਲ ਮਲਟੀਕਲਚਰਲ ਕਾਉਂਸਲ 'ਚ ਰਹੀ ਹੈ। ਮੇਰੀ ਉਸ ਸੰਸਥਾ ਦਾ ਮੈਂ ਬੜਾ ਧੰਨਵਾਦੀ ਹਾਂ, ਕਿਉਂਕਿ ਮੈਨੂੰ ਪਹਿਲੀ ਬ੍ਰੇਕ ਕੈਨੇਡਾ 'ਚ ਉਹਨਾਂ ਨੇ ਦਿੱਤੀ। ਮੇਰੇ ਤੇ ਯਕੀਨ ਰੱਖ ਕੇ ਵੀ ਇਹ ਨਵਾਂ ਬੰਦਾ ਹੈ, ਇੱਕ ਇੰਜੀਨੀਅਰ ਹੈ ਜਿਹੜਾ ਕਿ ਨਾਨ ਪ੍ਰੋਫਿਟ 'ਚ ਆਉਣਾ ਚਾਹੁੰਦਾ ਹੈ, ਇੰਨਾ ਵੋਲੰਟੀਅਰ ਕਰ ਰਿਹਾ ਹੈ, ਉਸ ਸੰਸਥਾ ਦਾ ਬੜਾ ਧੰਨਵਾਦ ਹੈ। ਉਸ ਤੋਂ ਬਾਅਦ ਮੈਂ ਜਿਹੜੀ ਸੰਸਥਾ 'ਚ ਅੱਜ ਕੰਮ ਕਰ ਰਿਹਾ, ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਉੱਥੇ ਪਾਰਟ ਟਾਈਮ ਕੰਮ ਕੀਤਾ। ਮੈਂ ਉਸ ਸੰਸਥਾ ਦਾ ਅਚੀਵ ਦਾ ਮੈਂ ਕਲਾਇੰਟ ਵੀ ਰਿਹਾ। ਮੈਂ ਬੜਾ ਆਪਣੇ ਆਪ ਨੂੰ ਜ਼ਿੰਦਗੀ ਇੱਕ ਗੋਲ ਸਰਕਲ ਹੈ। ਔਰ ਇਸ ਦੇਸ਼ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਵੀ ਹਰ ਇੱਕ ਦੂਜੇ ਨਾਲ ਕਨੈਕਟਡ ਵੀ ਹੈ ਜੀ। ਉਹਨੂੰ ਆਪਾਂ ਨੈਟਵਰਕਿੰਗ ਕਹਿ ਦਿੰਦੇ ਹਾਂ। ਸੋ ਦਿਸ ਇਜ਼ ਹਾਊ ਮਾਈ ਸਟੋਰੀ ਸਟਾਰਟਡ ਇਨ ਕੈਨੇਡਾ। ਔਰ ਮੈਂ ਅਗੇਨ ਕ੍ਰੈਡਿਟ ਆਈ ਗਿਵ ਕ੍ਰੈਡਿਟ ਟੂ ਮਾਈ ਵੋਲੰਟੀਅਰ ਵਰਕ, ਐਂਡ ਆਲਸੋ
ਜਿਹੜੇ ਸਭ ਤੋਂ ਵੱਡੇ ਮੈਂ ਸੋਸ਼ਲ ਲੈਸਨ ਲਰਨ ਕੀਤੇ ਨੇ ਦੈਟ ਆਈ ਲਰਨ ਫਰੋਮ ਮਾਈ ਬੈਟਰ ਹਾਫ ਦਮਨ, ਤੇ ਉਹ ਵੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬੜੀ ਵੱਡੀ ਸਾਥਣ ਮੇਰੀ ਹੈ, ਜਿਹੜੀ ਮੈਨੂੰ ਜੇ ਮੈਂ ਗਲਤ ਜਾਵਾਂ ਤਾਂ ਮੈਨੂੰ ਗਲਤ ਦੱਸੇਗੀ, ਜੇ ਮੈਂ ਸਹੀ ਜਾਵਾਂ ਤਾਂ ਸਹੀ ਦੱਸੇਗੀ। ਮਾਰਵਲਸ। ਸੁਖਜੀਤ ਜੀ, ਤੁਸੀਂ ਜ਼ਿਕਰ ਕੀਤਾ 2-3 ਚੀਜ਼ਾਂ ਦਾ, ਵੋਲੰਟੀਅਰ ਦਾ, ਨੈਟਵਰਕਿੰਗ ਦਾ। ਇਹ ਲਫ਼ਜ਼ ਆਮ ਹੀ ਆਪਾਂ ਆਲੇ ਦੁਆਲੇ ਉਛਾਲੇ ਜਾਂਦੇ ਸੁਣਦੇ ਹਾਂ। ਅੱਜ ਦਾ ਸ਼ੋਅ ਕਿਉਂਕਿ ਤੁਹਾਡੀ ਲਾਈਫ ਦੇ ਦੁਆਲੇ ਹੈ, ਇਸ ਕਰਕੇ ਅੱਜ ਅਸੀਂ ਉਸ ਬਾਰੇ ਤਾਂ ਡਿਟੇਲ 'ਚ ਗੱਲ ਨਹੀਂ ਕਰਾਂਗੇ, ਪਰ ਇਹਨਾਂ ਦੋਨਾਂ ਲਫ਼ਜ਼ਾਂ ਦੇ ਉੱਤੇ ਕਿਸੇ ਨਾ ਕਿਸੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਕੁੰਡੀ ਨੂੰ ਆਪਾਂ ਇਸ ਸ਼ੋਅ ਦੇ ਥਰੂ ਜ਼ਰੂਰ ਖੋਲੀਏ ਤੇ ਇਹ ਸ਼ੋਅ ਹੀ ਆਪਾਂ ਉਹਦੇ ਦੁਆਲੇ ਕਰੀਏ। ਸੋ ਅੱਜ ਤੁਹਾਨੂੰ ਅਸੀਂ ਪ੍ਰੀ ਬੁੱਕ ਕਰ ਰਹੇ ਹਾਂ ਜੀ। ਕੁਝ ਕੁ ਸੁਨੇਹੇ ਹੋਰ ਨੇ ਸੁਖਜੀਤ ਜੀ। ਇੱਕ ਜਤਿੰਦਰ ਸਿੰਘ ਹੋਰਾਂ ਦਾ ਹੈ, ਜਤਿੰਦਰ ਸਿੰਘ ਚੌਹਾਨ ਹੋਰਾਂ ਦਾ। ਉਹ ਕਹਿੰਦੇ ਕਿ ਮੈਂ ਤੁਹਾਡਾ ਸ਼ੋਅ ਸੁਣ ਰਿਹਾ ਤੇ ਸੁਖਜੀਤ ਮੇਰੇ ਮੈਂਟਰ ਵੀ ਨੇ, ਅਸੀਂ ਨੈਟਵਰਕਿੰਗ ਦੇ ਵਿੱਚ ਵੋਲੰਟੀਅਰਸ਼ਿਪ ਔਰ ਲੀਡਰਸ਼ਿਪ ਡਿਵੈਲਪਮੈਂਟ 'ਚ ਇਕੱਠੇ ਕੰਮ ਵੀ ਕੀਤਾ, ਬੜੇ ਜੈਂਟਲ, ਹੰਬਲ ਤੇ ਕਾਇੰਡ ਵੀ ਨੇ, ਤੇ ਤੁਸੀਂ ਉਹਨਾਂ ਨੂੰ ਸ਼ੋਅ 'ਚ ਇਨਵਾਈਟ ਕੀਤਾ ਤੇ ਸਾਨੂੰ ਚੰਗਾ ਲੱਗ ਰਿਹਾ। ਸੋ ਬਹੁਤ ਮਿਹਰਬਾਨੀ ਜੀ ਜਤਿੰਦਰ ਜੀ, ਸਾਨੂੰ ਵੀ ਬੜਾ ਅੱਛਾ ਲੱਗ ਰਿਹਾ ਸੁਖਜੀਤ ਹੋਰਾਂ ਨਾਲ ਉਹਨਾਂ ਦੀ ਜਰਨੀ ਸ਼ੇਅਰ ਕਰਦਿਆਂ ਹੋਇਆਂ। ਅਗਲੇ ਹਿੱਸੇ 'ਚ ਸੁਖਜੀਤ ਜੀ, ਕਿਉਂਕਿ ਪ੍ਰੋਗਰਾਮ ਦਾ ਵੇਲਾ ਤਕਰੀਬਨ ਖਤਮ ਹੋਣ ਤੇ ਆ ਗਿਆ, ਤੇ ਅਸੀਂ ਤੁਹਾਡੀ ਇਸ ਜਰਨੀ ਵਿੱਚੋਂ ਜਿਹੜੇ ਸਬਕ ਤੁਸੀਂ ਸਿੱਖੇ ਨੇ ਤੇ ਸਾਡੇ ਨਾਲ ਤੁਸੀਂ ਸ਼ੇਅਰ ਕਿਹੜੇ ਕਰ ਸਕਦੇ ਹੋ, ਉਸ ਬਾਰੇ ਆਪਾਂ ਗੱਲ ਕਰਾਂਗੇ ਜੀ। ਅਸੀਂ ਜ਼ਿੰਦਗੀ ਅਨਲਿਮਿਟਿਡ ਦੇ ਜ਼ਰੀਏ ਗੱਲ ਕਰ ਰਹੇ ਹਾਂ ਸਰ ਸੁਖਜੀਤ ਸਿੰਘ ਹੋਰਾਂ ਦੇ ਨਾਲ। ਮੋਟੀਵੇਸ਼ਨ ਦਿੰਦੇ ਨੇ ਆਪਣੀ ਸਪੀਕਿੰਗ ਦੇ ਰਾਹੀਂ ਵੀ, ਪਰ ਨਾਲ ਦੀ ਨਾਲ ਆਪਣੀ ਐਗਜ਼ਾਮਪਲ ਦੇ ਜ਼ਰੀਏ ਵੀ। ਔਰ ਜ਼ਿੰਦਗੀ ਅਨਲਿਮਿਟਿਡ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲ ਕਰੀਏ ਜਿਨ੍ਹਾਂ ਨੂੰ ਅਸੀਂ ਮਸ਼ਹੂਰ ਬਣਾ ਦਿੱਤਾ ਤੇ ਜਿਨ੍ਹਾਂ ਨੂੰ ਅਸੀਂ ਸੈਲੀਬ੍ਰਿਟੀ ਸਮਝਦੇ ਹਾਂ। ਉਹਨਾਂ ਨਾਲ ਵੀ ਗੱਲ ਕਰੀਏ ਜਿਹੜੇ ਆਪਣੇ ਆਪ ਦੇ ਵਿੱਚ ਇੰਨੀ ਕੁ ਮਹੱਤਤਾ ਰੱਖਦੇ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਲਈ ਕਿ ਉਹਨਾਂ ਨੇ ਜ਼ਿੰਦਗੀਆਂ ਨੂੰ ਕਿਸੇ ਨਾ ਕਿਸੇ ਸੇਧ ਦੇ ਵਿੱਚ ਤੋਰ ਦਿੱਤਾ ਹੈ। ਇਸੇ ਹੀ ਲੜੀ ਦੇ ਤਹਿਤ ਅੱਜ ਅਸੀਂ ਸਰਦਾਰ ਸੁਖਜੀਤ ਸਿੰਘ ਹੋਰਾਂ ਦੇ ਨਾਲ ਗੱਲ ਕਰ ਰਹੇ ਹਾਂ, ਜਿਹੜੇ ਤੁਹਾਡੇ ਨਾਲ ਕਈ ਪੱਧਰਾਂ ਦੇ ਉੱਤੇ ਜੁੜੇ ਵੀ ਰਹੇ ਨੇ। You're listening to Zindagi Unlimited with your host Manpreet Sahota. ਇਸ ਸ਼ੋਅ ਦੇ ਜ਼ਰੀਏ ਜਦੋਂ ਵੀ ਅਸੀਂ ਕਿਸੇ ਸ਼ਖਸੀਅਤ ਨਾਲ ਗੱਲ ਕਰਦੇ ਹਾਂ ਤੇ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਕਰਨ ਵਾਲੀਆਂ, ਸਮਾਂ ਸਾਨੂੰ ਅਕਸਰ ਰੋਕ ਕੇ ਪਿੱਛੇ ਲੈ ਆਉਂਦਾ। ਤੇ ਪ੍ਰੋਗਰਾਮ ਦਾ ਕਿਉਂਕਿ ਆਖਰੀ ਸੈਗਮੈਂਟ ਹੈ, ਮੈਂ ਜਾਣਨਾ ਚਾਹੁੰਦੀ ਹਾਂ ਸਰਦਾਰ ਸੁਖਜੀਤ ਸਿੰਘ ਜੀ ਕਿ ਇਸ ਸਫ਼ਰ ਦੇ ਵਿੱਚ ਜਿਹਦੇ ਅਸੀਂ ਸਾਰੇ ਪਹਿਲੂ ਅਜੇ ਵੀ ਟੱਚ ਨਹੀਂ ਕਰ ਸਕੇ, ਤੁਸੀਂ ਕਿਹੜੇ ਸਬਕ ਸਿੱਖੇ ਨੇ ਜਿਹੜੇ ਤੁਸੀਂ ਸਾਡੇ ਲਿਸਨਰਸ ਨਾਲ ਅੱਜ ਸ਼ੇਅਰ ਕਰਨਾ ਚਾਹੁੰਦੇ ਹੋ? ਥੈਂਕ ਯੂ ਮਨਪ੍ਰੀਤ ਜੀ। ਸਭ ਤੋਂ ਵੱਡਾ ਸਬਕ ਜਿਹੜਾ ਜਤਿੰਦਰ ਨੇ ਮੈਸੇਜ ਦਿੱਤਾ ਹੈ, ਤੁਸੀਂ ਜ਼ਿਕਰ ਕੀਤਾ ਹੈ ਸੇਧ ਦਾ, ਐਂਡ ਥੈਂਕ ਯੂ ਜਤਿੰਦਰ, ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਮੈਨੂੰ ਸੇਧ ਦੇਣ ਲਈ ਮੇਰੇ ਮੈਂਟਰਸ ਨੇ। ਮੇਰਾ ਪਹਿਲਾ ਸਬਕ ਸਪੈਸ਼ਲੀ ਕੈਨੇਡਾ ਦੇ ਵਿੱਚ ਜ਼ਰੂਰ ਇਹ ਹੈ ਕਿ ਪਲੀਜ਼ ਡੂ ਹੈਵ ਗੁੱਡ ਮੈਂਟਰਸ ਜਿਹੜੇ ਤੁਹਾਨੂੰ ਸੇਧ ਦਿੰਦੇ ਰਹਿਣ, ਤਾਂ ਕਿ ਤੁਹਾਨੂੰ ਇੱਕ ਡਾਇਰੈਕਸ਼ਨ ਮਿਲਦੀ ਰਹੇ, ਔਰ ਜਦੋਂ ਤੁਸੀਂ ਆਪਣੇ ਆਫ ਕੋਰਸ ਹੋ ਜਾਓ ਤਾਂ ਕਿ ਤੁਹਾਨੂੰ ਉਹ ਔਨ ਕੋਰਸ ਲੈਣ। ਦੂਜੀ ਚੀਜ਼ ਜਿਹੜੀ ਕਿ ਇੱਕ ਵਰਡ ਸਿੱਖ ਦੇ ਵਿੱਚ ਹੈ ਕਿ ਯੂ ਆਰ ਆਲਵੇਜ਼ ਲਰਨਿੰਗ ਸਮਥਿੰਗ। ਮਤਲਬ ਆਪਣੇ ਆਪ ਨੂੰ ਇੱਕ ਸਟੂਡੈਂਟ ਦੀ ਤਰ੍ਹਾਂ ਦੇਖੋ ਔਰ ਸਿੱਖਦੇ ਰਹੋ ਪੂਰੀ ਜ਼ਿੰਦਗੀ ਦੇ ਵਿੱਚ, ਤੇ ਇੱਜ਼ਤ ਪਾਉਣ ਤੇ ਬਣਾਉਣ ਲਈ ਨਾ ਯੋਗ ਬਣੇ ਰਹੋ। ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੀ ਟਾਈਮ ਦੇ ਵਿੱਚ ਲੋੜ ਹੈ। ਔਰ ਸਭ ਤੋਂ ਜਿਹੜਾ ਮੈਂ ਇੱਕ ਮੈਸੇਜ ਇਸ ਦੇ ਥਰੂ ਦੇਣਾ ਚਾਹਾਂਗਾ ਤੁਹਾਡੇ ਪ੍ਰੋਗਰਾਮ ਦੇ ਥਰੂ, ਇੱਕ ਅਸੀਂ ਬਚਪਨ ਤੋਂ ਚੀਜ਼ ਸੁਣਦੇ ਆ ਰਹੇ ਹਾਂ, ਹਾਰਡ ਵਰਕ। ਉਹਦਾ ਕੋਈ ਤੋੜ ਨਹੀਂ ਹੈ। ਸਖਤ ਮਿਹਨਤ, ਔਰ ਆਪਣੇ ਪੰਜਾਬੀ, ਆਪਣੇ ਇੰਡੀਅਨ, ਆਪਣੇ ਭਾਈਚਾਰਾ ਤਾਂ ਊਂ ਵੀ ਬਹੁਤ ਮਸ਼ਹੂਰ ਹੈ, ਬਟ ਸਖਤ ਮਿਹਨਤ ਦਾ ਸਾਥ ਕਦੀ ਨਹੀਂ ਛੱਡਣਾ। ਤੇ ਜ਼ਿੰਦਗੀ 'ਚ ਕੋਈ ਐਂਕਰ ਜ਼ਰੂਰ ਲੈ ਕੇ ਚੱਲੋ। ਉਹ ਐਂਕਰ ਤੁਹਾਡੀ ਮੈਡੀਟੇਸ਼ਨ ਹੋ ਸਕਦੀ, ਤੁਹਾਡੀ ਸਪੋਰਟਸ ਹੋ ਸਕਦੀ, ਕੁਛ ਇਹੋ ਜਿਹਾ ਪੈਸ਼ਨ ਜਿਹੜਾ ਕਿ ਤੁਹਾਨੂੰ ਗਰਾਊਂਡ ਕਰ ਦੇਵੇ। ਤੇ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਥਰੂ ਤੁਹਾਨੂੰ ਇੱਕੋ ਚੀਜ਼ ਦੱਸ ਸਕਦਾ, ਇੱਕ ਇੰਜੀਨੀਅਰ ਤੋਂ ਮੈਂ ਸੋਸ਼ਲ ਵਰਕ ਦੇ ਵਿੱਚ ਆਇਆ, ਕਿੱਡੀ ਵੱਡੀ ਟਰਾਂਸਫਾਰਮੇਸ਼ਨ। ਮੈਨੂੰ ਆਪ ਦੇ ਪਰਿਵਾਰ ਨੂੰ ਸਮਝਾਉਣਾ ਬੜਾ ਔਖਾ ਲੱਗਦਾ ਸੀ ਵੀ ਭਾਈ ਇਹ ਕੰਮ ਕੀ ਹੈ, ਪਰ ਜਦੋਂ ਉਹਨਾਂ ਨੂੰ ਸਮਝ ਆਇਆ, ਆਈ ਥਿੰਕ ਮੇਰੇ ਪੇਰੈਂਟਸ, ਮੇਰੀ ਫੈਮਿਲੀ ਤੋਂ ਜ਼ਿਆਦਾ ਪ੍ਰਾਊਡ ਕੋਈ ਨਹੀਂ ਹੈ ਜੋ ਮੈਂ ਕੰਮ ਦੇ ਵਿੱਚ ਪੈ ਗਿਆ। ਤੇ ਲਾਸਟ ਚੀਜ਼, ਇੱਕ ਆਪਾਂ ਮੈਂਟਰ ਤੋਂ ਸਿਵਾ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗਾ, ਇੱਕ ਆਪਾਂ ਵਰਡ ਯੂਜ਼ ਕਰਦੇ ਹਾਂ ਲੱਕ। ਤੇ ਬਹੁਤ ਸ਼ੁਰੂ ਦੇ ਵਿੱਚ ਮੈਨੂੰ ਜਦੋਂ ਮੇਰੀ ਪਹਿਲੀ ਨੌਕਰੀ ਮਿਲੀ ਸੀ, ਮੈਂ ਕਿਸੇ ਕਾਨਫਰੰਸ 'ਚ ਗਿਆ, ਤੇ ਜਦੋਂ ਮੈਂ ਦੱਸਿਆ ਕਿ ਮੈਨੂੰ ਹਜੇ 6-7 ਮਹੀਨੇ ਕੈਨੇਡਾ 'ਚ ਹੋਏ ਨੇ ਤੇ ਮੈਂ ਆਹ ਨੌਕਰੀ ਕਰ ਰਿਹਾ, ਤੇ ਲੋਕਾਂ ਨੇ ਪਿੱਛੋਂ ਬੋਲਣਾ ਸ਼ੁਰੂ ਕਰਤਾ ਵੀ ਤੂੰ ਲੱਕੀ ਹੈ। ਉੱਥੇ ਇੱਕ ਇਨਸਾਨ ਬੈਠਾ ਸੀ, ਅੱਜ ਉਹ ਦੁਨੀਆ ਦੇ ਨਹੀਂ ਹੈ, ਮੈਨੂੰ ਕੋਈ ਝਾਕਾ ਵੀ ਨਹੀਂ ਹੋਏਗਾ ਉਹਨਾਂ ਦਾ ਨਾਮ ਦੱਸਣ ਦਾ, ਉਹ ਫ੍ਰੈਂਕੋਫੋਨ ਸੀਗੇ, ਉਹਨਾਂ ਦਾ ਨਾਮ ਗੀ ਹੈ। ਉਸ ਕਾਨਫਰੰਸ ਦੇ ਵਿੱਚ ਨਾ ਉਸ ਕਾਗਜ਼ ਦੇ ਉੱਤੇ ਉਹਨਾਂ ਨੇ ਮੈਨੂੰ ਇੱਕ ਚੀਜ਼ ਲਿਖ ਕੇ ਦਿੱਤੀ, ਔਰ ਜਿਹੜੀ ਉਹ ਸਭ ਨੂੰ ਪੜ੍ਹ ਕੇ ਸੁਣਾਈ, ਉਹ ਹੈ ਲੱਕ ਦਾ ਮਤਲਬ, ਲੱਕ ਇਜ਼ ਲਰਨਿੰਗ ਅੰਡਰ ਕੰਪੀਟੈਂਟ ਨੌਲੇਜ। ਤੇ ਮੈਂ ਕੁਝ ਸਾਲਾਂ ਬਾਅਦ ਜਦੋਂ ਫਿਰ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਕਿਹਾ, ਸੁਖਜੀਤ ਮੈਂ ਤੈਨੂੰ ਫੋਲੋ ਕਰ ਰਿਹਾ, ਤੂੰ ਇਕੱਲਾ ਲਰਨਿੰਗ ਨਹੀਂ, ਤੂੰ ਹਾਰਡ ਵਰਕ, ਯੂ ਆਰ ਲੇਬਰਿੰਗ ਅੰਡਰ ਕੰਪੀਟੈਂਟ ਨੌਲੇਜ ਆਲਸੋ, ਕਹਿੰਦੇ ਐਡ ਕਰ ਲੈ। ਇਹੋ ਜਿਹੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਮੈਨੂੰ ਇਸ ਜ਼ਿੰਦਗੀ 'ਚੋਂ ਸਿੱਖਣ ਨੂੰ ਮਿਲੀਆਂ। ਤੇ ਮੈਂ ਇਸੇ ਦੇ ਨਾਲ ਬਹੁਤ ਤੁਹਾਡਾ ਮਨਪ੍ਰੀਤ ਜੀ, ਤੁਹਾਡਾ ਸ਼ੁਕਰੀਆ ਕਰਨਾ ਚਾਹਾਂਗਾ ਕਿ ਅੱਜ ਤੁਹਾਡੇ
ਰੂਬਰੂ ਤੁਹਾਡੇ ਥਰੂ ਮੈਂ ਤੁਹਾਡੇ ਦਰਸ਼ਕਾਂ ਨਾਲ ਰੂਬਰੂ ਹੋਇਆ ਤੇ ਮੈਂ ਸਪੈਸ਼ਲੀ ਜਤਿੰਦਰ ਤੇ ਮਨਪ੍ਰੀਤ ਦਾ ਵੀ ਸ਼ੁਕਰੀਆ ਕਰਾਂਗਾ ਕਿਉਂਕਿ ਉਹ ਤੁਹਾਡੇ ਰੇਡੀਓ ਨੂੰ ਸੁਣਦੇ ਨੇ ਜਿੱਦਾਂ ਮੈਂ ਇੱਕ ਬੜਾ ਰੈਗੂਲਰ ਸਰੋਤਾ ਤੁਹਾਡੇ ਪ੍ਰੋਗਰਾਮ ਦਾ। ਸੋ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਯੋਰ ਸ਼ੋ ਮਨਪ੍ਰੀਤ ਜੀ। ਇਟ ਹੈਜ਼ ਬੀਨ ਅ ਪਲੇਜ਼ਰ ਸੁਖਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਗੱਲ ਕੀਤੀ ਸਰ ਸੁਖਜੀਤ ਸਿੰਘ ਆਹਲੂਵਾਲੀਆ ਹੋਰਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਸਪੀਚਸ ਦੇ ਜ਼ਰੀਏ ਵੀ ਔਰ ਆਪਣੇ ਕੋਆਰਡੀਨੇਸ਼ਨ ਵਰਕ ਦੇ ਜ਼ਰੀਏ ਵੀ ਜੋ ਉਹ ਅਚੀਵ ਦੇ ਥਰੂ ਕਰਦੇ ਨੇ, ਨਾਨ ਪ੍ਰੋਫਿਟ ਦੇ ਜ਼ਰੀਏ ਕਰਦੇ ਨੇ। ਪਰ ਅੱਜ ਦਾ ਦਿਨ ਅਸੀਂ ਇਸ ਲਈ ਮਿੱਥਿਆ ਸੀ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਔਰ ਹੁੰਦਾ ਇਹੀ ਹੈ, ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਕਿਤੇ ਨਾ ਕਿਤੇ ਜਾ ਕੇ ਆਪਸ 'ਚ ਮੇਲ ਜ਼ਰੂਰ ਖਾਂਦੀਆਂ ਨੇ। ਤੁਹਾਡੀਆਂ ਨਿੱਜੀ ਵੈਲਿਊਜ਼ ਤੁਹਾਡੇ ਪ੍ਰੋਫੈਸ਼ਨ ਦੇ ਵਿੱਚ ਅਤੇ ਤੁਹਾਡੀਆਂ ਪ੍ਰੋਫੈਸ਼ਨਲ ਵੈਲਿਊਜ਼ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੱਡਾ ਰੋਲ ਅਦਾ ਕਰਦੀਆਂ ਨੇ। ਮਕਸਦ ਵੀ ਅੱਜ ਉਹਨਾਂ ਨੂੰ ਔਨ ਏਅਰ ਲਿਆਉਣ ਦਾ ਇਹੀ ਸੀ। ਆਮ ਤੌਰ 'ਤੇ ਇਮੀਗਰੈਂਟ ਸਕਸੈਸ ਸਟੋਰੀਜ਼ ਨੂੰ ਅਸੀਂ ਥੋੜ੍ਹਾ ਜਿੰਨਾ ਸਕੈਪਟੀਕਲੀ ਦੇਖਦੇ ਹਾਂ, ਥੋੜ੍ਹਾ ਜਿੰਨਾ ਅਸੀਂ ਇਹ ਮਹਿਸੂਸ ਕਰਦੇ ਹੋਏ ਦੇਖਦੇ ਹਾਂ ਕਿ ਸ਼ਾਇਦ ਇਹਦੇ ਵਿੱਚ ਸਾਰਾ ਕੁਛ ਗੁੱਡ ਹੀ ਹੈ। ਲੇਕਿਨ ਇਹਦੇ ਵਿੱਚ ਬੜੇ ਕੌੜੇ ਤਜਰਬੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਿੱਛੇ ਰੱਖ ਕੇ ਅਤੇ ਚੰਗੀਆਂ ਚੀਜ਼ਾਂ ਨੂੰ ਅੱਗੇ ਰੱਖ ਕੇ ਤੋਰਦੇ ਹਾਂ। ਇਹ ਚੰਗੀਆਂ ਚੀਜ਼ਾਂ ਹਾਈਲਾਈਟ ਕਰਨੀਆਂ ਜ਼ਰੂਰੀ ਨੇ ਕਿਉਂਕਿ ਹਰ ਦਿਨ ਪੀਅਰਸਨ ਏਅਰਪੋਰਟ 'ਤੇ ਨਵੇਂ ਪੈਰ ਜਦੋਂ ਉਤਰਦੇ ਨੇ ਅਤੇ ਉਹ ਬੜੇ ਵੱਡੇ ਸੁਪਨੇ ਲੈ ਕੇ ਟੋਰਾਂਟੋ ਦੇ ਵਿੱਚ ਐਂਟਰ ਹੁੰਦੇ ਨੇ, ਟੋਰਾਂਟੋ ਤੋਂ ਬਿਯੋਂਡ ਜਾਂਦੇ ਨੇ। ਇਹਨਾਂ ਸੁਪਨਿਆਂ ਨੂੰ ਰੀਅਲਾਈਜ਼ ਕਰਨਾ ਸੰਭਵ ਹੈ ਅਤੇ ਇਹ ਅਸੀਂ ਤਾਂ ਹੀ ਜਾਣ ਸਕਦੇ ਹਾਂ ਜੇ ਸਾਡਾ ਆਪਣਾ ਕੋਈ ਹਮ ਜ਼ੁਬਾਨ, ਕੋਈ ਹਮਵਤਨ ਦੱਸ ਸਕੇ ਕਿ ਇਹ ਵਾਕਈ ਸੰਭਵ ਹੈ। ਇਸੇ ਲੜੀ ਵਿੱਚ ਕੋਸ਼ਿਸ਼ ਕੀਤੀ ਸੀ ਅਸੀਂ ਸਰਦਾਰ ਸੁਖਜੀਤ ਸਿੰਘ ਹੋਰਾਂ ਨਾਲ ਗੱਲ ਕਰਨ ਦੀ। ਉਹਨਾਂ ਨਾਲ ਕੁਝ ਮੁੱਦਿਆਂ ਉੱਤੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਸਾਥ ਦਿੱਤਾ ਟੈਕਸਟ ਮੈਸੇजेस ਦੇ ਜ਼ਰੀਏ ਅਤੇ ਇਸ ਪ੍ਰੋਗਰਾਮ ਨੂੰ ਸੁਣਿਆ। ਬਹੁਤ ਬਹੁਤ ਧੰਨਵਾਦ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.